ਜਿਨ੍ਹਾਂ ਦੀਆਂ ਪਹਿਲਾਂ 6 ਰਿਫਿਊਜ਼ਲਾਂ ਕੈਨੇਡਾ ਦੀਆਂ ਲੱਗੀਆਂ ਹੋਈਆਂ ਤੇ 7ਵੀਂ ਵਾਰ ਜਦੋਂ ਟਰਾਈ ਕੀਤੀ। ਥੈਂਕ ਯੂ ਬਹੁਤ-ਬਹੁਤ ਹੈ ਨਾ ਵੀਜ਼ੇ ਦੇ ਲਈ। ਤੇ ਮੈਂ ਐਕਚੁਅਲੀ ਤੁਹਾਨੂੰ ਮਿਲੀ ਨਹੀਂ ਕਦੀ ਵੀ। ਜ਼ਿਆਦਾ ਡਾਊਨਫਾਲ ਦੇਖੇ ਹੋਏ ਸੀ ਕਿ ਥੋੜਾ ਜਿਹਾ ਨਾ ਮੈਨੂੰ ਟਰਸਟ ਨਹੀਂ ਸੀ ਬਣਦਾ, ਬਟ ਸੋ ਮੇਰੀ ਸੁਜੈਸ਼ਨ ਸਾਰਿਆਂ ਨੂੰ ਇਹੀ ਰਹੇਗੀ ਕਿ ਅਗਰ ਆਪਾਂ ਇੰਨਾ ਵੇਟ ਕਰ ਲੈਨੇ ਆ, ਇੱਥੇ ਇੰਡੀਅਨ ਏਜੰਟ ਜਿਹੜੇ ਬੈਠੇ ਨੇ ਹਾਫ ਨੌਲੇਜੇਬਲ ਪੀਪਲ ਨੇ। ਅਜੇ ਮੈਨੂੰ ਤਾਂ ਇਦਾਂ ਸੀਗਾ ਕਿ ਅਗਰ ਜਿੱਦਾਂ ਤੁਸੀਂ ਹਨਾ ਐਡਵਾਂਸ ਲੈਣੇ ਆ ਸਾਰੀ ਮਨੀ ਹਨਾ, ਕਈ ਏਜੰਟਸ ਇਦਾਂ ਦੇ ਆ, ਮੇਰੇ ਫਰੈਂਡਸ ਨੇ ਫਾਈਲਾਂ ਲਵਾਈਆਂ, ਈਵਨ ਕੈਨੇਡਾ ਤੋਂ ਵੀ ਲਵਾਈਆਂ, ਇੰਡੀਆ ਤੋਂ ਵੀ ਲਵਾਈਆਂ, ਰਿਫਿਊਜ਼ਲਸ ਆਈਆਂ ਕਿ ਹੁਣ ਜਿੱਦਾਂ ਤੁਸੀਂ ਛੋਟੀ ਤੋਂ ਛੋਟੀ ਚੀਜ਼ ਆ ਸਾਰੀ ਫਾਈਲ ਸਾਡੇ ਨਾਲ ਸ਼ੇਅਰ ਕਰਦੇ ਆ ਹਨਾ, ਤੁਸੀਂ ਡਿਸਕਸ ਕਰਦੇ ਆ, ਉਹ ਭਾਜੀ ਥੋੜਾ ਜਿਹਾ ਬੰਦੇ ਦੇ ਮਨ 'ਚ ਹੁੰਦਾ ਹੈ ਹਨਾ, ਕਿਉਂਕਿ ਜਦੋਂ ਮੈਰਿਜ ਹੁੰਦੀ ਆ ਸਾਰੀਆਂ ਸੈਰਮਨੀਜ਼ ਹੁੰਦੀਆਂ, ਈਵਨ ਸਾਡੀ ਤਾਂ ਮੈਰਿਜ ਦੇ ਵਿੱਚ ਪੇਰੈਂਟਸ ਵੀ ਨਹੀਂ ਪ੍ਰੈਜ਼ੈਂਟ ਸੀਗੇ ਹਨਾ, ਸੋ ਮੈਰਿਜ ਘੁੰਮਣ ਜਾਂਦਾ ਬੰਦਾ, ਉਹ ਵੀ ਫੋਟੋਆਂ ਨਹੀਂ ਸੀਗੀਆਂ ਕੋਈ, ਸੋ ਹਨਾ ਉਹ ਚੀਜ਼ ਦੇ ਉੱਤੇ ਇੱਕ ਵੀਜ਼ਾ ਆਣਾ ਇੱਕ ਬਹੁਤ ਵੱਡੀ ਗੱਲ। ਅਗਰ ਆਪਾਂ ਚਲੋ ਵਾਈਫ ਤੇ ਲਗਾਏ ਪੈਸੇ, ਚਲੋ ਇਹ ਨਹੀਂ ਕਿ ਆਪਾਂ ਕਿਉਂ ਲਗਾ ਦਿੱਤੇ, ਬਿਕੋਜ਼ ਇਟ ਇਜ਼ ਅ ਪਾਰਟ ਆਫ ਆਰ ਲਾਈਫ ਹਨਾ, ਕਿ ਉਹ ਸਾਡੀ ਲਾਈਫ ਦਾ ਪਾਰਟ ਨੇ, ਸੋ ਆਪਾਂ ਉਹਨਾਂ ਤੇ ਲਗਾਏ। ਬਟ ਆਪਾਂ ਜਦੋਂ ਆਪਣੇ ਤੇ ਗੱਲ ਆਉਂਦੀ ਹੈ, ਅਸੀਂ ਨਾ ਇੱਧਰ ਉੱਧਰ ਜ਼ਿਆਦਾ ਫਿਰਦੇ ਹਾਂ ਕਿ ਸਾਡੇ ਪੈਸੇ ਬਚ ਜਾਣ। ਮੇਨਲੀ ਪੈਸੇ ਬਚਾਉਣ ਦੇ ਚੱਕਰ 'ਚ ਹੀ ਮੇਰਾ ਇਹ ਚੀਜ਼ ਹੋਈ ਹੈ ਕਿ ਮੇਰੀਆਂ 6 ਰਿਫਿਊਜ਼ਲਸ ਆਈਆਂ। ਸੋ ਮੇਰੀ ਤੇ ਇਹੀ ਸੁਜੈਸ਼ਨ ਰਹੂਗੀ ਕਿ ਜੇ ਅਸੀਂ 20-25 ਲੱਖ ਲਗਾ ਸਕਦੇ ਹਾਂ, ਸੋ ਸਾਨੂੰ ਆਪਣੇ ਤੇ ਵੀ 2-2.5 ਲੱਖ ਰੁਪਇਆ ਖਰਚਣ ਦੀ ਹਿੰਮਤ ਰੱਖਣੀ ਚਾਹੀਦੀ ਹੈ। ਈਵਨ ਚਲੋ ਫਾਈਨੈਂਸ਼ੀਅਲ ਲਾਸ ਵੀ ਛੱਡੋ, ਮੈਂ ਆਪਣੀ ਵਾਈਫ ਤੋਂ 2 ਸਾਲ ਦੂਰ ਰਿਹਾ। ਆਈ ਡੋਂਟ ਥਿੰਕ ਕਿ ਚਲੋ ਸਾਡੀ ਜਿੱਦਾਂ ਵੀ ਲਵ ਮੈਰਿਜ ਸੀ। ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਵਾਲੇ ਇੱਕ ਸੱਜਣ ਦੀ, ਜਿਨ੍ਹਾਂ ਦੀਆਂ ਪਹਿਲਾਂ 6 ਰਿਫਿਊਜ਼ਲਾਂ ਕੈਨੇਡਾ ਦੀਆਂ ਲੱਗੀਆਂ ਹੋਈਆਂ ਤੇ 7ਵੀਂ ਵਾਰ ਜਦੋਂ ਟਰਾਈ ਕੀਤਾ ਸਾਡੇ ਤੋਂ, ਤਾਂ ਅੱਜ ਉਹਨਾਂ ਦਾ ਕੈਨੇਡਾ ਦਾ ਸਪਾਊਸ ਓਪਨ ਵਰਕ ਪਰਮਿਟ ਅਪਰੂਵਡ ਹੋ ਗਿਆ। ਅੱਜ ਵਾਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਇਹ ਸੱਜਣ, ਇਹ ਪ੍ਰੇਮੀ ਜੋੜਾ ਸਾਨੂੰ ਕਿੰਨੀ ਕੁ ਵਾਰ ਮਿਲਿਆ ਹੋਇਆ, ਘਰ ਵਾਲਾ ਘਰ ਵਾਲੀ, ਇਹ ਜੋੜਾ ਸਾਨੂੰ ਕਿੰਨੀ ਕੁ ਵਾਰ ਦਰਸ਼ਨ ਦੇ ਕੇ ਗਏ ਆ, ਸਾਡੇ ਆਫਿਸ ਆਏ ਆ, ਜਾਂ ਕਿੰਨੀ ਕੁ ਵਾਰ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ ਮਿਲਣਾ ਫਿਰ ਅਸੀਂ ਫਾਈਲ ਪ੍ਰੋਸੈਸ ਕਰਨੀ ਆ। ਸੋ ਉਹਦੇ ਬਾਰੇ ਜਾਣਾਂਗੇ, ਨਾਲ ਦੀ ਨਾਲ ਗੱਲ ਕਰਾਂਗੇ ਕਿ ਇਹਨਾਂ ਦੀਆਂ 6 ਰਿਫਿਊਜ਼ਲਾਂ ਕਿਵੇਂ ਲੱਗੀਆਂ, ਕਾਹਤੋਂ ਲੱਗੀਆਂ, ਉਹਦੇ ਬਾਰੇ ਨਾਲ ਦੀ ਨਾਲ ਗੱਲਬਾਤ ਹੋਵੇਗੀ। ਇਹਨਾਂ ਦੀ ITR ਦੀ, ਇਹਨਾਂ ਦੇ ਵਾਈਫ ਦੇ ਸਟੇਟਸ ਦੀ, ਦੋਨੇ ਜਣੇ ਸਾਡੇ ਨਾਲ ਵਿਰਾਜਮਾਨ ਆ। ਪਹਿਲਾਂ ਗੱਲ ਕਰਦੇ ਆ ਜਿਹੜਾ ਪ੍ਰੇਮੀ ਜੋੜਾ, ਇਹ ਹੈਗਾ ਸੱਜਣ ਸਾਡੇ ਸੁਰਿੰਦਰ ਕੁਮਾਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਭਾਈ। ਬਾਈ ਜੀ ਪਹਿਲਾਂ ਤਾਂ ਪਿੰਡ ਦੱਸ ਦਿਓ ਆਪਣਾ। ਕਿਉਂ? ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ, ਬਿਕੋਜ਼ ਆਈ ਐਮ ਵੈਰੀ ਗ੍ਰੇਟਫੁਲ ਦੈਟ because of you I got a visa after 6 refusals। ਮੇਰਾ ਪਿੰਡ ਭਾਈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ, ਬਟਾਲੇ ਲਾਗੇ ਭਾਂਬੜੀ ਪਿੰਡ ਆ ਮੇਰਾ। ਸੋ ਮੈਂ ਉੱਥੋਂ ਬਿਲੋਂਗ ਕਰਦਾ, ਗੁਰਦਾਸਪੁਰ ਜ਼ਿਲ੍ਹੇ ਤੋਂ ਭਾਜੀ। ਬਾਈ ਜੀ ਇੱਥੇ ਆਪਾਂ ਤੁਹਾਡੇ ਤੋਂ ਵੀ ਪੁੱਛਣਾ ਸਵਾਲ, ਪਹਿਲਾਂ ਤੁਹਾਡੀ ਵਾਈਫ ਹਰਪ੍ਰੀਤ ਤੋਂ ਪੁੱਛ ਲਈਏ। ਹਰਪ੍ਰੀਤ, ਤੁਸੀਂ ਸਾਡੇ ਨਾਲ ਕਿੰਨੀ ਕੁ ਵਾਰ ਮਿਲੇ ਹੋ, ਜਾਂ ਸਾਡੀ ਇਮੀਗ੍ਰੇਸ਼ਨ ਦੇ ਜਿਹੜੇ ਆਫਿਸਿਸ ਹੈਗੇ ਨੇ, 3 ਆਫਿਸ ਨਾਇਗਰਾ, ਸਡਬਰੀ ਜਾਂ ਕੈਲਗਰੀ ਦੇ ਵਿੱਚ ਕਿੰਨੀ ਕੁ ਵਾਰ ਤੁਸੀਂ ਵਿਜ਼ਿਟ ਕੀਤਾ? ਸੋ ਇਹ ਪ੍ਰੋਸੈਸ ਕਿਵੇਂ ਸ਼ੁਰੂ ਹੋਇਆ ਸਾਡੇ ਨਾਲ ਉਹ ਦੱਸ ਦਿਓ, ਕਿਉਂਕਿ ਬਹੁਤ ਸਾਰੇ ਸੱਜਣ ਕਹਿੰਦੇ ਆ ਭਾਜੀ ਅਸੀਂ ਆਉਣਾ ਹੈ, ਤੁਸੀਂ ਇੰਡੀਆ ਆਫਿਸ ਖੋਲ ਲਓ, ਉਹ ਸਾਰੀਆਂ ਚੀਜ਼ਾਂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਬਹੁਤ ਹੈ ਨਾ ਵੀਜ਼ੇ ਦੇ ਲਈ। ਤੇ ਮੈਂ ਐਕਚੁਅਲੀ ਤੁਹਾਨੂੰ ਮਿਲੀ ਨਹੀਂ ਕਦੀ ਵੀ। ਮੇਰੀ ਫਰੈਂਡ ਸੀਗੀ ਮੋਨਿਕਾ, ਤੇ ਉਹਨੇ ਆਪਣੇ ਹਸਬੈਂਡ ਦੀ ਪ੍ਰੋਸੈਸਿੰਗ ਕੀਤੀ ਸੀ ਫਾਈਲ ਦੀ ਤੁਹਾਡੇ ਕੋਲੋਂ, ਤੇ ਉਹਨੇ ਮੈਨੂੰ ਰੈਫਰ ਕੀਤਾ ਸੀਗਾ, ਕਹਿੰਦੀ ਕਿ ਬਹੁਤ ਵਧੀਆ ਹਨਾ 5 ਸਟਾਰ ਇਹਨਾਂ ਦੀ ਸਰਵਿਸਿਜ਼ ਹੈਗੀਆਂ ਆ, ਤੇ ਕੋਈ ਲੋੜ ਨਹੀਂ ਹੈਗੀ ਘਬਰਾਉਣ ਦੀ ਜਾਂ ਕੋਈ ਵੀ। ਤੇ ਆਪਾਂ ਕਦੀ ਵੀ ਨਹੀਂ ਮਿਲੇ, ਜਸਟ ਫੋਨ ਤੇ ਆਪਣੀ ਗੱਲ ਹੋਈ, ਤੇ ਬਿਲਕੁਲ ਫੇਥਫੁਲੀ ਬਲਾਈਂਡ ਟਰਸਟ ਕਰਕੇ ਮੈਂ ਤੁਹਾਡੇ ਤੇ, ਮੈਂ ਕਿਹਾ ਭਾਜੀ ਤੁਸੀਂ ਕਰਨਾ ਜੋ ਵੀ ਕਰਨਾ ਹਨਾ, ਤੇ ਤੁਸੀਂ ਮੈਨੂੰ ਅਸ਼ੋਰਿਟੀ ਦਿੱਤੀ ਕਿ ਅੱਜ ਟੈਨਸ਼ਨ ਨਾ ਲੈ, ਵੀਜ਼ਾ ਲਿਆ ਕੇ ਦੇਵਾਂਗੇ। ਤੇ ਉਹੀ ਬਸ ਅੱਜ ਤੱਕ ਮੈਨੂੰ ਤੁਹਾਡਾ ਐਡਰੈਸ ਵੀ ਨਹੀਂ ਪਤਾ, ਅਜੇ ਤੱਕ ਨਹੀਂ ਪਤਾ ਮੈਨੂੰ ਕਿੱਥੇ ਹੈ ਕਿੱਥੇ ਨਹੀਂ ਹੈ ਹਨਾ, ਤੇ ਬਸ ਏਦਾਂ ਹੀ ਫੋਨ ਤੋਂ ਹਨਾ ਵਧੀਆ ਇੱਕ ਟਰਸਟ ਤੁਹਾਡੇ ਤੇ, ਫੇਥ ਮੈਨੂੰ ਉਹਨੇ ਹੀ ਕਿਹਾ ਜਸਟ ਕਿ ਹਾਂ ਇਹ ਬੰਦੇ ਵਧੀਆ ਆ ਹਨਾ, ਤੇ ਉਹ ਤੋਂ ਮੈਂ ਵੀ ਤੁਹਾਡੇ ਨਾਲ ਗੱਲ ਕਰਕੇ ਲੱਗਾ ਕਿ ਨਹੀਂ ਤੁਸੀਂ ਫੇਥ ਦਿਲਾਇਆ ਕਿ ਨਹੀਂ ਹੱਥੇ ਟੈਨਸ਼ਨ ਨਹੀਂ ਲੈਣੀ ਕੋਈ ਵੀ, ਤੇ ਰਿਜ਼ਲਟ ਆਊਗਾ ਮਤਲਬ ਆਊਗਾ, ਤੇ ਅੱਜ ਰਿਜ਼ਲਟ ਆਪਣੇ ਸਾਹਮਣੇ ਆ। ਇੱਥੇ ਮੈਂ ਇੱਕ ਗੱਲ ਕਹਿ ਦਿੰਦਾ ਸਾਰੇ ਦਰਸ਼ਕਾਂ ਨੂੰ ਕਿ ਸਾਡੇ ਜਿਹੜੇ ਇਹ ਪ੍ਰੇਮੀ ਜੋੜਾ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ, ਕਈ ਯਾਰ ਗੱਲਾਂ ਦੇ ਵਿੱਚ ਬਹਿ ਜਾਂਦੇ ਆ, ਕਿਉਂਕਿ ਅੱਜ ਉਹਨਾਂ ਦਾ ਵੀਜ਼ਾ ਮਿਲਿਆ। ਸੋ ਗਰੰਟੀ ਦਾ ਮਤਲਬ ਇਹਨਾਂ ਵੱਲੋਂ ਉਹ ਹੁੰਦਾ, ਜਾਂ ਸਾਡੇ ਵੱਲੋਂ ਗਰੰਟੀ ਵਰਡ ਯੂਜ਼ ਨਹੀਂ ਕੀਤਾ ਜਾਂਦਾ, ਸਿਰਫ ਇਸ ਚੀਜ਼ ਨੂੰ ਡਿਫਾਈਨ ਕੀਤਾ ਜਾਂਦਾ ਕਿ ਅਸੀਂ ਤੁਹਾਡੀ ਫਾਈਲਿੰਗ ਦੇ ਵਿੱਚ ਆਪਦਾ 110% ਦੇਵਾਂਗੇ, ਤੁਸੀਂ ਆਪਦਾ 100 ਦਿਓ, ਜੇ ਤੁਸੀਂ ਆਪਦਾ 100% ਦਵੋਗੇ ਤਾਂ ਅਸੀਂ 110% ਤੁਹਾਡਾ ਦੇਵਾਂਗੇ। ਤਾਂ ਅਸੀਂ ਮਿਹਨਤ ਕਰਦੇ ਹਾਂ ਫਾਈਲ ਦੇ ਉੱਤੇ। ਅਕਸਰ ਸਾਡੇ ਜਿਹੜੇ ਵੀ ਪਹਿਲਾਂ ਤੁਸੀਂ ਵੀਡੀਓ ਦੇਖਦੇ ਹੋ, ਸੋ ਉਹਨਾਂ ਦੇ ਵਿੱਚ ਇਹ ਹੁੰਦਾ ਕਿ ਅਸੀਂ ਤੁਹਾਨੂੰ ਫਾਈਲ ਭੇਜਣੀ। ਸੋ ਸੁਰਿੰਦਰ ਬਾਈ, ਜਿੰਨੀਆਂ ਪਹਿਲਾਂ ਫਾਈਲਾਂ ਲੱਗੀਆਂ, ਤੁਹਾਨੂੰ ਕਦੇ ਫਾਈਲ ਦਿਖਾਈ ਗਈ ਆ ਜਾਂ ਨਹੀਂ ਦਿਖਾਈ ਗਈ? ਨਹੀਂ ਭਾਜੀ, ਐਕਚੁਅਲ ਦੇ ਵਿੱਚ ਮੈਂ ਖੁਦ ਆਇਲਸ ਟ੍ਰੇਨਰ ਆ, ਤੇ ਅੱਜ ਤੱਕ ਮੈਂ ਜਿੰਨੀ ਵਾਰੀ ਵੀ ਫਾਈਲ ਸਬਮਿਸ਼ਨ ਕੀਤੀ ਆ, ਆਈ ਗੈਸ ਮੈਂ 3 ਡਿਫਰੈਂਟ ਏਜੰਟ ਦੇ ਕੋਲੋਂ ਸਬਮਿਸ਼ਨ ਫਾਈਲ ਕੀਤੀ ਸੀ।
ਐਂਡ ਆਈ ਯੂਜ਼ ਟੂ ਆਸਕ them ਕਿ ਮੈਨੂੰ ਮੇਰੀ ਐਟਲੀਸਟ ਫਾਈਲ ਦੱਸੋ ਕਿ ਕੀ ਸਬਮਿਟ ਕੀਤਾ ਹੈ ਕੀ ਨਹੀਂ। ਸੋ ਕਿਸੇ ਨੇ ਵੀ ਕਦੇ ਇੰਨੀ ਟਰਾਂਸਪੇਰੈਂਸੀ ਨਹੀਂ ਰੱਖੀ ਕਿ ਸਟੈਪ ਬਾਏ ਸਟੈਪ ਤੁਹਾਡੇ ਆ ਚੀਜ਼ ਲੱਗਣੀ। ਈਵਨ ਜਿਹਦੇ ਕੋਲ ਮੈਂ ਪ੍ਰੀਵੀਅਸਲੀ ਫਾਈਲ ਲਗਾਈ ਸੀ, ਸੋ ਆਈ ਕਮ ਟੂ ਨੋ ਫਰੋਮ ਮੈਨੀ ਪੀਪਲ ਕਿ ਯਾਰ ਤੁਸੀਂ ਨਾ ਐਫੀਡੇਵਿਟ ਆਫ ਸਪੋਰਟ ਲਗਾਓ, ਮੈਰਿਜ ਦੇ ਲਗਾਓ, ਵਿਟਨੈਸ ਐਫੀਡੇਵਿਟ ਲਗਾਓ। I told him, but ਉਹਨੇ ਕਿਹਾ ਕਿ ਨਹੀਂ ਯਾਰ ਮੈਂ ਤੇਰਾ ਬਣਾ ਦੂੰਗਾ। I used to have the agriculture business of my father। ਇਵਨ ਮੈਂ ਉਹਨੂੰ ਇਹ ਵੀ ਕਿਹਾ ਸੀ ਕਿ ਮੇਰੀਆਂ ਜੇ ਫਾਰਮ ਲਗਾ ਦੇ, ਬਟ ਉਹਨੇ ਮੈਨੂੰ ਟੋਟਲੀ ਮਿਸਗਾਈਡ ਕੀਤਾ। ਸੋ ਆਈ ਗੋਟ ਰਿਫਿਊਜ਼ਲ, ਬੈਕ ਟੂ ਬੈਕ ਰਿਫਿਊਜ਼ਲਸ ਮੇਰੀਆਂ ਆਈਆਂ। ਸੋ ਆਫਟਰ ਦੈਟ ਮੇਰੀ ਵਾਈਫ ਦੀ ਫਰੈਂਡ ਇਨ ਕਿਸੇ ਨੇ ਇਹਨੂੰ ਰਿਕਮੈਂਡ ਕੀਤਾ ਤੁਹਾਡੇ ਬਾਰੇ। ਸੋ ਉਸ ਰਿਲੇਟਡ ਮੇਰੇ ਵੀ ਮਾਈਂਡ ਵਿੱਚ ਕਨਫਿਊਜ਼ਨ ਸੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਾਕੀ ਕਲਾਇੰਟ ਕਰਦੇ ਨੇ ਕਿ ਤੁਸੀਂ ਤੁਹਾਡਾ ਕੋਈ ਫਿਜ਼ੀਕਲੀ ਆਫਿਸ ਨਹੀਂ ਹੈਗਾ ਇੰਡੀਆ ਦੇ ਵਿੱਚ ਅਵੇਲੇਬਲ। ਸੋ ਆਈ ਆਲਸੋ ਹੈਡ ਸਮ ਇਸ਼ੂਜ਼ ਰਿਲੇਟਡ ਦਿਸ। ਸੋ ਮੈਂ ਵਾਈਫ ਦੇ ਨਾਲ ਸਮ ਟਾਈਮ ਖਿੱਚਾਤਾਨੀ ਵੀ ਹੋ ਜਾਂਦੀ ਸੀ ਇਸੇ ਗੱਲ ਤੇ ਕਿ ਯਾਰ ਮੈਨੂੰ ਪਤਾ ਤੇ ਲੱਗੇ ਕਿਤੇ ਰਾਹੀਂ ਫਾਈਲ ਲੱਗਣੀ ਹੈ। ਸੋ ਬਟ ਫਾਈਨਲੀ ਜਦੋਂ ਰਿਜ਼ਲਟ ਬੈਟਰ ਆਇਆ ਤੇ ਬਟ ਉਸ ਤੋਂ ਪਹਿਲਾਂ ਵੀ ਚਲੋ ਤੁਹਾਡੀਆਂ ਮੈਂ ਵੀਡੀਓਜ਼ ਦੇਖਦਾ ਸੀ। ਆਈ ਯੂਜ਼ ਟੂ ਗੈਟ ਲੋਟਸ ਆਫ ਸੈਟਿਸਫੈਕਸ਼ਨ, ਬਟ ਮੈਂ ਇੰਨੇ ਕੁ ਜ਼ਿਆਦਾ ਡਾਊਨਫਾਲ ਦੇਖੇ ਹੋਏ ਸੀ ਕਿ ਥੋੜਾ ਜਿਹਾ ਨਾ ਮੈਨੂੰ ਟਰਸਟ ਨਹੀਂ ਸੀ ਬਣਦਾ। ਬਟ ਆਈ ਨੋ ਕਿ ਮੈਂ ਉਸ ਜਗ੍ਹਾ ਤੇ ਬਹੁਤ ਜ਼ਿਆਦਾ ਰੋਂਗ ਸੀ ਕਿ ਮੈਂ ਤੁਹਾਡੇ ਨਾਲ ਵੀ ਇੱਕ ਦੋ ਵਾਰੀ ਗੱਲ ਕੀਤੀ, ਮੈਨੂੰ ਜਲਦਬਾਜ਼ੀ ਸੀ ਕਿ ਮੇਰਾ ਹੋ ਜਾਏ। ਸੋ ਮੇਰੀ ਸੁਜੈਸ਼ਨ ਸਾਰਿਆਂ ਨੂੰ ਇਹੀ ਰਹੇਗੀ ਕਿ ਅਗਰ ਆਪਾਂ ਇੰਨਾ ਵੇਟ ਕਰ ਲੈਨੇ ਆ, ਇੱਥੇ ਇੰਡੀਅਨ ਏਜੰਟ ਜਿਹੜੇ ਬੈਠੇ ਨੇ ਹਾਫ ਨੌਲੇਜੇਬਲ ਪੀਪਲ ਨੇ, ਉਹਨਾਂ ਤੇ ਆਪਾਂ ਇੰਨਾ ਟਰਸਟ ਕਰ ਸਕਦੇ ਆ ਤੇ ਆਪਾਂ ਤੁਹਾਡੇ ਤੇ ਵੀ ਫੁੱਲ ਟਰਸਟ ਕਰੀਏ। ਹਰਪ੍ਰੀਤ, ਆਪਾਂ ਇੱਕ ਸਵਾਲ ਪੁੱਛਦੇ ਆ ਕਿ ਤੁਹਾਨੂੰ ਇੱਕ ਆਰਸੀ ਆਈ ਸੀ, ਬਾਈ ਅਮਨਦੀਪ ਸਿੰਘ ਜਿਹੜੇ ਸਾਡੇ ਆਰਸੀ ਆਈ ਸੀ ਆ, ਜਾਂ ਸਾਡੀਆਂ ਕੁੱਲ ਮਿਲਾ ਕੇ ਸਰਵਿਸਿਜ਼ ਅਸੀਂ ਪੈਸੇ ਤੁਹਾਡੇ ਤੋਂ ਪਹਿਲਾਂ ਲਏ ਆ, ਤੁਹਾਨੂੰ ਕਦੀ ਇਹ ਨਹੀਂ ਫੀਲ ਹੋਇਆ ਕਿ ਅਸੀਂ ਤੁਹਾਡੇ ਤੋਂ 2500 3000 ਪਹਿਲਾਂ ਲੈ ਰਹੇ ਆ? ਤਾਂ ਸਮਟਾਈਮ ਜਿਵੇਂ ਸੁਰਿੰਦਰ ਕੁਮਾਰ ਜੀ ਦੀ ਮੈਂ ਗੱਲ ਨੂੰ ਕੋਟ ਕਰਦਾ ਇੱਥੇ ਦੱਸ ਰਿਹਾ ਕਿ ਤੁਹਾਨੂੰ ਲੱਗਦਾ ਹੋਊਗਾ ਵੀ ਆਹ ਸਾਰੀਆਂ ਚੀਜ਼ਾਂ ਪੈਸੇ ਆਪਾਂ ਪਹਿਲਾਂ ਦੇ ਰਹੇ ਆ, ਸਾਰਾ ਕੁਝ ਦੇ ਰਹੇ ਆ, ਬਟ ਇੱਕ ਚੀਜ਼ ਨੂੰ ਸਮਝਣਾ ਤੁਹਾਡੇ ਅਕੋਰਡਿੰਗ ਕੀ ਸੀ ਤੇ ਤੁਸੀਂ ਇਹ ਸਾਰੇ ਪ੍ਰੋਸੈਸ ਨੂੰ ਕਿੱਦਾਂ ਸਮਝਿਆ ਜਾਂ ਕਿੱਦਾਂ ਗੋ ਥਰੂ ਹੋਇਆ, ਉਹ ਦੱਸ ਦਿਓ। ਭਾਜੀ ਮੈਨੂੰ ਤਾਂ ਇਦਾਂ ਸੀਗਾ ਕਿ ਅਗਰ ਜਿੱਦਾਂ ਤੁਸੀਂ ਹਨਾ ਐਡਵਾਂਸ ਲੈਣੇ ਆ ਸਾਰੀ ਮਨੀ ਹਨਾ, ਤੇ ਉਹਦਾ ਬਟ ਤੁਸੀਂ ਰਿਟਰਨ ਦੇ ਵਿੱਚ ਆਪਾਂ ਕੋਈ ਐਗਰੀਮੈਂਟ ਹੁੰਦਾ ਤੁਸੀਂ ਸਾਈਨ ਕਰਵਾਉਂਦੇ ਆ, ਉਹਦੇ ਵਿੱਚ ਸਾਰਾ ਕੁਝ ਸੈਕਸ਼ਨਸ ਮੈਂਸ਼ਨ ਹੁੰਦੇ, ਐਵਰੀਥਿੰਗ ਇਜ਼ ਮੈਂਸ਼ਨਡ ਹਨਾ ਕਿ ਆਪਾਂ ਇੰਨੇ ਪੈਸੇ ਦੇ ਰਹੇ ਆ ਜਾਂ ਜੋ ਵੀ ਤੁਹਾਡੇ ਵੱਲੋਂ ਪ੍ਰੋਸੈਸਿੰਗ ਹੋਏਗੀ ਆਪਾਂ ਤੁਹਾਨੂੰ ਕਿਹੜੀ ਲਾਈਕ ਟਰੂ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਕੁਝ ਫਾਲਸ ਨਹੀਂ ਦੇਣਾ। ਸੋ ਅਗਰ ਸਾਰਾ ਕੁਝ ਰਿਟਰਨ ਦੇ ਵਿੱਚ ਆ ਜਾਂਦਾ ਆਈ ਥਿੰਕ ਉਹ ਬੈਟਰ ਆਪਸ਼ਨ ਹੈ ਦੈਨ ਕਿ ਆਪਾਂ ਵਰਬਲੀ ਚੱਲੀਏ ਕਿਸੇ ਦੇ ਨਾਲ ਹਨਾ। ਰਿਟਰਨ 'ਚ ਸਾਰਾ ਕੁਝ ਹੈਗਾ, ਇਟ ਮੀਨਸ ਕਿ ਹਾਂ ਸਾਰਾ ਕੁਝ ਸਟਰੋਂਗ ਆ, ਕੋਈ ਆਪਾਂ ਕੱਲ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਹਨਾ ਕਿਸੇ ਵੀ ਚੀਜ਼ ਤੋਂ। तो मैं तो इस चीज ਨੂੰ ਇਦਾਂ ਹੀ ਲੈ ਕੇ ਚੱਲੀ ਕਿ ਹਾਂ ਅਗਰ ਸਾਰਾ ਕੁਝ ਰਿਟਰਨ ਦੇ ਵਿੱਚ ਹੈਗਾ ਆ, ਉਹ ਐਡਵਾਂਸ ਲੈ ਰਹੇ ਆ, ਇਟ ਮੀਨਸ ਕਿ ਸਾਰਾ ਕੁਝ ਸਟਰੋਂਗ ਆ, ਫੇਥਫੁਲੀ ਸਾਰਾ ਕੰਮ ਹੋ ਰਿਹਾ, ਲੀਗਲੀ ਸਾਰਾ ਕੰਮ ਹੋ ਰਿਹਾ ਹਨਾ। ਹੁਣ ਕਈ ਏਜੰਟਸ ਇਦਾਂ ਦੇ ਆ, ਮੇਰੇ ਫਰੈਂਡਸ ਨੇ ਫਾਈਲਾਂ ਲਵਾਈਆਂ, ਈਵਨ ਕੈਨੇਡਾ ਤੋਂ ਵੀ ਲਵਾਈਆਂ, ਇੰਡੀਆ ਤੋਂ ਵੀ ਲਵਾਈਆਂ, ਰਿਫਿਊਜ਼ਲਸ ਆਈਆਂ ਤੇ ਕੋਈ ਬੋਦਰ ਨਹੀਂ ਕਰਦਾ ਇੰਨੀ ਫਾਈਲ ਨੂੰ ਲੈ ਕੇ। ਹੁਣ ਜਿੱਦਾਂ ਤੁਸੀਂ ਛੋਟੀ ਤੋਂ ਛੋਟੀ ਚੀਜ਼ ਆ ਸਾਰੀ ਫਾਈਲ ਸਾਡੇ ਨਾਲ ਸ਼ੇਅਰ ਕਰਦੇ ਆ ਹਨਾ, ਤੁਸੀਂ ਡਿਸਕਸ ਕਰਦੇ ਆ ਕਿ ਆਹ ਚੀਜ਼ ਇਦਾਂ ਅਪਲੋਡ ਕਰ ਦੋ, ਆਹ ਇਦਾਂ ਕਰ ਦੋ, ਫਿਰ ਤੁਸੀਂ ਸਾਰਾ ਦਿਖਾਣੇ ਆ ਕਿ ਆਹ ਚੀਜ਼ ਇਦਾਂ ਆ, ਇਹਨੂੰ ਇਦਾਂ ਠੀਕ ਹੈ, ਇਦਾਂ ਠੀਕ ਹੈ ਤੁਹਾਡਾ ਸਾਰਾ ਕੁਝ। ਸੋ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ। ਮੈਨੂੰ ਮੇਰੀ ਫਰੈਂਡ ਨੇ ਵੀ ਆਹੀ ਚੀਜ਼ ਕਹੀ ਸੀ, ਕਹਿੰਦੀ ਬੈਸਟ ਪਾਰਟ ਇਹੀ ਹੈ ਇਹਨਾਂ ਤੋਂ ਫਾਈਲ ਲਵਾਉਣ ਦਾ ਕਿ ਸਾਰਾ ਕੁਝ ਤੁਹਾਨੂੰ ਡਿਸਕਲੋਜ਼ ਕਰਦੇ ਆ ਤੁਹਾਡੀ ਫਾਈਲ ਲਾਉਣ ਤੋਂ ਪਹਿਲਾਂ, ਜੋ ਕਿ ਆਪਣੀ ਫਾਈਲ 'ਚ ਵੀ ਇਹੀ ਚੀਜ਼ ਹੋਇਆ। ਤੁਸੀਂ ਫਾਈਲ ਸਬਮਿਟ ਕਰਨ ਤੋਂ ਪਹਿਲਾਂ ਸਾਰਾ ਦਿਖਾਇਆ ਕਿ ਕਿਤੇ ਕੁਝ ਐਡ ਆਨ ਕਰਨਾ ਜਾਂ ਕੋਈ ਚੀਜ਼ ਹੈਗੀ ਹੈ ਤਾਂ ਹਨਾ ਪਹਿਲਾ ਬੰਦਾ ਦੇਖ ਲਵੇ। ਸੋ ਆਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਸਹੀ ਲੱਗੀ ਐ ਐਸ ਕੰਪੇਅਰ ਟੂ ਕਿ ਜੋ ਸਾਡਾ ਪਹਿਲਾਂ ਵੀ ਪ੍ਰੀਵੀਅਸ ਐਕਸਪੀਰੀਅੰਸ ਇੰਡੀਆ 'ਚ ਰਿਹਾ। ਮੇਰੇ ਹਸਬੈਂਡ ਨੇ ਜਿੱਥੋਂ ਪਹਿਲਾਂ ਲਵਾਈ ਸੀਗੀ ਤੇ ਉਹਨਾਂ ਨੇ ਕੁਝ ਵੀ ਨਹੀਂ, ਨਾ ਉਹ ਫੋਨ ਚੱਕਦੇ ਸੀਗੇ, ਨਾ ਉਹਨਾਂ ਨੇ ਕੋਈ ਫਾਈਲ ਦਿਖਾਈ, ਨਾ ਕੁਝ ਵੀ, ਬਸ। ਸੋ ਆਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਐਸ ਕੰਪੇਅਰ ਟੂ ਅਦਰ ਏਜੰਟਸ। ਹਰਪ੍ਰੀਤ, ਜਿਵੇਂ ਤੁਹਾਡੀ ਮੈਰਿਜ ਦੀਆਂ 40 ਤੋਂ 45 ਫੋਟੋਆਂ ਹੀ ਸੀਗੀਆਂ, ਤੁਹਾਨੂੰ ਕਿਤੇ ਇਹ ਚੀਜ਼ ਦਾ ਡਰ ਹੋਣਾ ਵੀ ਇਹ ਫਾਈਲ ਇਸ ਕਰਕੇ ਵੀ ਰਿਫਿਊਜ਼ ਹੋ ਸਕਦੀ ਵੀ ਸਾਡੀ ਮੈਰਿਜ ਜੈਨੂਇਨ ਨਹੀਂ ਹੈ? ਕਿਉਂਕਿ ਆਫਟਰ ਮੈਰਿਜ ਵੀ ਬਹੁਤ ਲਿਮਟਿਡ ਫੋਟੋਜ਼ ਸੀਗੀਆਂ। ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਆਵਾਜ਼ਾਂ ਮਾਰ ਕੇ ਰੌਲਾ ਪਾ ਕੇ ਵੀ ਫੋਟੋਆਂ ਹੋਰ ਲਿਆਓ ਭਾਈ, ਹੋਰ ਲਿਆਓ। ਮੈਨੂੰ ਜਵਾਬ ਆਉਂਦਾ ਸੀ ਤੁਹਾਡੇ ਘਰ ਵਾਲੇ ਦਾ ਵੀ ਬਾਈ ਜੀ ਫੋਟੋਆਂ ਤੇ ਮੁੱਕ ਗਈਆਂ, ਇੰਨੀਆਂ ਕੀ ਆਈਆਂ, ਹੁਣ ਕਿੱਥੋਂ ਲੈ ਆਈਏ, ਇੰਨੀਆਂ ਕੀ ਖਿੱਚੀਆਂ। ਸੋ ਤੁਹਾਡੇ ਲਈ ਕਿੱਦਾਂ ਸੀ ਵੀ 40 45 ਫੋਟੋਆਂ ਤੇ ਤੁਹਾਡਾ ਸਪਾਊਸਲ ਓਪਨ ਵਰਕ ਪਰਮਿਟ ਅਪਰੂਵਡ ਹੋਣਾ, ਸੋ ਸਾਰਾ ਕੁਝ? ਉਹ ਭਾਜੀ ਥੋੜਾ ਜਿਹਾ ਬੰਦੇ ਦੇ ਮਨ 'ਚ ਹੁੰਦਾ ਹੈ ਹਨਾ, ਕਿਉਂਕਿ ਜਦੋਂ ਮੈਰਿਜ ਹੁੰਦੀ ਆ ਸਾਰੀਆਂ ਸੈਰਮਨੀਜ਼ ਹੁੰਦੀਆਂ, ਈਵਨ ਸਾਡੀ ਤਾਂ ਮੈਰਿਜ ਦੇ ਵਿੱਚ ਪੇਰੈਂਟਸ ਵੀ ਨਹੀਂ ਪ੍ਰੈਜ਼ੈਂਟ ਸੀਗੇ ਹਨਾ। ਸੋ ਉਹ ਚੀਜ਼ ਇੱਕ ਬਹੁਤ ਵੱਡੀ ਹੁੰਦੀ ਹੈ ਕਿ ਵਿਆਹ ਹੋ ਰਿਹਾ ਤੇ ਫੈਮਿਲੀ ਵਿੱਚੋਂ ਕੋਈ ਵੀ ਬੰਦਾ ਪ੍ਰੈਜ਼ੈਂਟ ਨਹੀਂ ਹੈਗਾ, ਨਾ ਕੋਈ ਪਹਿਲਾਂ ਦੇ ਰਿਚੁਅਲਸ ਹੋਏ। ਈਵਨ ਆਪਾਂ ਬਾਅਦ ਵਿੱਚ ਜਦੋਂ ਆਫਟਰ ਮੈਰਿਜ ਘੁੰਮਣ ਜਾਂਦਾ ਬੰਦਾ, ਉਹ ਵੀ ਫੋਟੋਆਂ ਨਹੀਂ ਸੀਗੀਆਂ ਕੋਈ। ਸੋ ਉਹ ਚੀਜ਼ ਨੂੰ ਲੈ ਕੇ ਇੱਕ ਮੈਨੂੰ ਬੜਾ ਵਧੀਆ ਹੁਣ ਲੱਗ ਰਿਹਾ ਕਿ ਮਤਲਬ ਜੇ ਤੁਹਾਡੇ ਕੋਲ ਕੁਝ ਵੀ ਹੈ ਨਹੀਂ, ਨੋਰਮਲ ਆਪਾਂ ਰੈਗੂਲਰ ਫੋਟੋਜ਼ ਬਾਅਦ ਚ ਲਾਈਆਂ, ਕਿਤੇ ਥੋੜਾ ਬਹੁਤਾ ਚਲੇ ਗਏ ਹਨਾ, ਉਹ ਚੀਜ਼ ਦੇ ਉੱਤੇ ਇੱਕ ਵੀਜ਼ਾ ਆਣਾ ਇੱਕ ਬਹੁਤ ਵੱਡੀ ਗੱਲ ਭਾਜੀ ਹੁੰਦੀ ਹੈ।
ਬਾਕੀ ਸੁਰਿੰਦਰ ਕੁਮਾਰ ਜੀ, ਤੁਸੀਂ ਵੀ ਇੱਕ ਆਈਲੈਟਸ ਟ੍ਰੇਨਰੋਂ, ਵੱਖ-ਵੱਖ ਏਜੰਟਾਂ ਦੇ ਨਾਲ ਤੁਹਾਡਾ ਚੱਲਦਾ ਹੋਣਾ ਹਿਸਾਬ ਕਿਤਾਬ, ਠੀਕ ਹੈ। ਜੀ ਭਾਈ। ਸੋ ਜਿਹੜੀਆਂ ਫਾਈਲਾਂ GCK ਤੋਂ ਲੱਗਦੀਆਂ ਜਾਂ APR ਸਾਡਾ ਜਿਹੜਾ ਬਾਈ ਆਥਰਾਈਜ਼ ਅਸੀਂ ਆ, ਠੀਕ ਹੈ, RCIC ਆ, ਠੀਕ ਹੈ, ਸੋ ਉਹਦੇ ਵਿੱਚ ਤੁਹਾਨੂੰ ਕੀ ਫਰਕ ਲੱਗਿਆ? ਭਾਈ ਉਹਦੇ ਵਿੱਚ ਮੈਨੂੰ ਮੇਨ ਫਰਕ ਇਹੀ ਲੱਗਿਆ ਕਿ देयर इज टू मच ਟਰਾਂਸਪੇਰੈਂਸੀ, ਜਿਹੜੀ ਕਿ ਐਕਚੁਅਲੀ ਬਹੁਤ ਵਧੀਆ ਚੀਜ਼ ਹੈ। ਬਿਕੋਜ਼ GCK ਦੇ ਰਾਹੀਂ ਮੇਨਲੀ ਕੀ ਹੁੰਦਾ ਕਿ ਪਰਸਨ ਕੈਂਡੀਡੇਟ ਨੂੰ ਕਦੇ ਮਿਲਦਾ ਹੀ ਨਹੀਂ GCK ਅਕਾਊਂਟ ਮਿਲਦਾ ਨਹੀਂ। ਵੰਸ ਹੀ ਗॉट ਵੀਜ਼ਾ, ਆਫਟਰ ਦੈਟ ਦੇ ਗਿਵ ਇਟ। ਬਟ ਐਕਚੁਅਲ ਦੇ ਵਿੱਚ ਸਾਨੂੰ ਤੁਸੀਂ ਸਟਾਰਟਿੰਗ ਤੋਂ ਡਰਾਈਵ ਦੇ ਵਿੱਚ ਇੱਕ ਸ਼ੇਅਰਿੰਗ ਕਰਕੇ ਚੀਜ਼ ਰੱਖੀ ਸੀ ਕਿ ਤੁਹਾਡੀ ਫਾਈਲ ਦਾ ਫਾਈਨਲ ਫੋਲਡਰ ਚੱਲਦਾ ਪਿਆ, ਸੋ ਤੁਸੀਂ ਟਾਈਮ ਟੂ ਟਾਈਮ ਇਹਨੂੰ ਚੈੱਕ ਕਰਦੇ ਰਹੋ। ਸੋ ਮੈਨੂੰ ਇਹੀ ਚੀਜ਼ ਬਿਲਕੁਲ ਸਹੀ ਲੱਗੀ ਕਿ ਅਗਰ ਸਾਨੂੰ ਇਵਨ ਐਕਚੁਅਲੀ ਮੈਨੂੰ ਏਦਾਂ ਲੱਗਾ ਕਿ ਫਾਈਲ ਤੁਸੀਂ ਨਹੀਂ ਲਗਾਈ, ਫਾਈਲ ਅਸੀਂ ਖੁਦ ਲਗਾਈ ਹੈ, ਕਿ ਤੁਹਾਡੀ ਪ੍ਰੋਪਰ ਗਾਈਡੈਂਸ ਦੇ ਨਾਲ ਆਹ ਚੀਜ਼ ਦਾ ਬੜਾ ਬੈਨੀਫਿਟ ਹੋਇਆ ਕਿ ਮੈਨੂੰ ਇੱਕ ਇੱਕ ਚੀਜ਼ ਦਾ ਪਤਾ ਸੀ ਕਿ ਹਾਂ, ਇਫ ਐਨੀਵਨ ਆਸਕ ਮੀ ਕੁਐਸਚਨ ਇਨ ਫਿਊਚਰ ਰਿਲੇਟਡ ਟੂ ਮਾਈ ਫਾਈਲ, ਸੋ ਮੈਂ ਈਜ਼ੀਲੀ ਆਨਸਰ ਦੇ ਸਕਦਾ ਕਿ ਹਾਂ, ਆਹ ਡਾਕੂਮੈਂਟ ਮੈਂ ਲਗਾਇਆ ਸੀ, ਆਹ ਵਾਲਾ ਡਾਕੂਮੈਂਟ ਮੈਂ ਯੂਜ਼ ਕੀਤਾ ਹੈ ਆਪਣੇ ਫਾਈਨੈਂਸ਼ੀਅਲ ਸਪੋਰਟ ਲਈ ਜਾਂ ਫਿਰ ਮੈਰਿਜ ਦੇ ਸਪੋਰਟ ਦੇ ਲਈ, ਕਿਹੜੇ ਯੂਜ਼ ਕੀਤੇ ਹੈ। ਇਹ ਚੀਜ਼ ਦਾ ਬਹੁਤ ਫਰਕ ਲੱਗਿਆ ਮੈਨੂੰ। ਬਾਕੀ ਬਾਈ ਜੀ, ਤੁਹਾਨੂੰ ਸਪੇਸ ਦਾ ਫਰਕ ਨਹੀਂ ਲੱਗਿਆ? ਕਿਉਂਕਿ GCK ਦੇ ਵਿੱਚ ਸਿਰਫ 4-4 MB ਦੇ 2 ਫੋਲਡਰ ਹੁੰਦੇ ਆ, ਤੇ ਇਸ ਵਾਰ ਤੁਹਾਡਾ ਸਾਰਾ ਡਾਟਾ ਅਲੱਗ-ਅਲੱਗ ਹੈ। ਹਾਂਜੀ ਭਾਜੀ, ਉਹ ਤੇ ਬਹੁਤ ਜ਼ਿਆਦਾ ਡਿਫਰੈਂਸ ਸੀ। ਬਿਕੋਜ਼ ਤਾਂ ਹੀ ਆਈ ਗੈਸ ਕਿ ਥੋੜਾ ਜਿਹਾ ਤੁਹਾਡੇ ਵਾਸਤੇ ਵੀ ਬੜਾ ਕੰਪਲਿਕੇਟਡ ਸੀ, ਕਿਉਂਕਿ ਇੱਕ ਇੱਕ ਚੀਜ਼, ਬਿਕੋਜ਼ ਆਪਾਂ ਐਜ਼ ਅ ਸਟੂਡੈਂਟ ਬੇਸ ਜਦੋਂ ਆਪਾਂ ਸਟੂਡੈਂਟ ਦਾ ਲਗਾਉਂਦੇ ਆ ਜਾਂ GCK ਅਕਾਊਂਟ ਦੇ ਵਿੱਚ ਫਾਈਲ ਜਾਂਦੀ ਹੈ, ਉਹਦੇ 'ਚ ਜਸਟ ਤੁਹਾਡੇ ਅਕੈਡਮਿਕਸ ਜਾਂਦੇ ਆ ਜਾਂ ਤੁਹਾਡੇ, ਕਿਉਂਕਿ ਲੈਟਰ ਆਫ ਜਿਹੜੀ ਹੁੰਦੀ ਹੈ ਐਨਰੋਲਮੈਂਟ ਹੋ ਗਈ, ਜਾਂ ਫਿਰ ਉਹਦੇ ਵਿੱਚ ਫੈਮਿਲੀ ਦੀ ਸਪੋਰਟ ਦੇ ਕੋਈ ਮਾਈਟ ਵੀ ਲੱਗਦੇ ਆ, ਰਿਟਰਨਸ ਵਗੈਰਾ ਲੱਗ ਗਈਆਂ। ਬਟ ਜਿਹੜੇ ਮੇਰੇ ਡਾਕੂਮੈਂਟਸ ਲੱਗੇ ਆ, ਈਵਨ ਉਹਦੇ ਵਿੱਚ ਹਰਪ੍ਰੀਤ ਦੇ ਵੀ ਸਾਰੇ ਡਾਕੂਮੈਂਟਸ ਲੱਗੇ, ਲੈਟਰ ਆਫ ਐਨਰੋਲਮੈਂਟ, ਲੈਟਰ ਆਫ ਕੰਪਲੀਸ਼ਨ, ਇਹਦੀਆਂ ਡਿਗਰੀਜ਼, ਮੇਰੇ ਅਕੈਡਮਿਕਸ ਦੇ ਡਾਕੂਮੈਂਟ, ਮੇਰੇ ਈਵਨ ਮੈਂ 3-4 ਜਗ੍ਹਾ ਜੌਬ ਕੀਤੀ ਹੋਈ ਹੈ ਐਜ਼ ਆਈਲਟਸ ਟ੍ਰੇਨਰ ਫਰੋਮ ਲਾਸਟ 5 to 6 year I am doing job। ਮੇਰੀਆਂ ਸਾਰੀਆਂ ਸੈਲਰੀ ਸਲਿਪਸ, ਮੇਰੇ ਐਕਸਪੀਰੀਅੰਸ, ਸੋ ਉਹ ਬਹੁਤ ਹੀ ਜ਼ਿਆਦਾ ITR ਫਾਈਲ ਵੀ ਮੇਰੀਆਂ 2019 ਤੋਂ ਲੈ ਕੇ ਫਿਰ ਮੇਰੀ CA ਰਿਪੋਰਟ ਜਿਹੜੀ ਲੱਗੀ ਹੈ, ਮੈਂ ਮਤਲਬ ਗਿਣਾ ਨਹੀਂ ਸਕਦਾ ਕਿੰਨੇ ਕੁ ਡਾਕੂਮੈਂਟ ਲੱਗੇ ਆ। ਸੋ ਫਾਈਲ ਤੇ ਬਹੁਤ ਜ਼ਿਆਦਾ ਸਪੇਸ, ਬਹੁਤ ਈਵਨ ਹੁਣ ਵੀ ਮੈਸੇਜ ਪੌਪ ਅਪ ਹੁੰਦਾ ਰਹਿੰਦਾ ਹੈ। ਮੈਂ ਅਜੇ ਤੱਕ ਮੈਸੇਜ ਉਹ ਡਿਲੀਟ ਨਹੀਂ ਕੀਤਾ, ਹਰਪ੍ਰੀਤ ਨੂੰ ਵੀ ਕਿਹਾ ਸੀ ਕਿ ਡਿਲੀਟ ਨਾ ਕਰੀ, ਕਿ ਸਾਡੀ ਸਟੋਰੇਜ ਫੁੱਲ ਹੋ ਗਈ ਹੈ ਮੇਲ ਦੀ, ਇੰਨੇ ਜ਼ਿਆਦਾ ਡਾਕੂਮੈਂਟ ਲੱਗੇ। ਉਹ ਈਵਨ ਅਜੇ ਵੀ ਇੰਡੀਕੇਸ਼ਨ ਆਉਂਦੀ ਰਹਿੰਦੀ ਹੈ ਕਿ ਕਾਈਂਡਲੀ ਫ੍ਰੀ ਯੋਰ ਡੇਟਾ, ਕਿ ਸਾਡੀ ਡਰਾਈਵ ਜਿਹੜੀ ਫੁੱਲ ਹੋ ਗਈ ਹੈ। 15 GB ਦਾ ਸਪੇਸ ਮਿਲਦਾ, ਜਿਹਦੇ ਵਿੱਚ ਅਸੀਂ ਡਾਟਾ ਤੁਹਾਡੇ ਤੋਂ ਮੰਗਦੇ ਹੁੰਦੇ ਆ। ਹਾਂਜੀ ਭਾਜੀ। ਹਰਪ੍ਰੀਤ ਜਾਂ ਸੁਰਿੰਦਰ ਬਾਈ ਜੀ, ਇੱਕ ਬਾਈ ਜੀ, ਮੈਂ ਤੁਹਾਡੇ ਇੱਕ ਸਵਾਲ ਪੁੱਛਦਾ ਕਿ ਲੋਕ ਕਹਿ ਦਿੰਦੇ ਵੀ ਤੁਹਾਡੇ ਕੋਲੇ ਨਾ ਜੇ ਫਾਰਮ ਹੋਣੇ ਚਾਹੀਦੇ, ਡੇਅਰੀ ਫਾਰਮ ਹੋਣੀ ਚਾਹੀਦੀ ਆ। ਤੁਹਾਡੀ ਮੈਨੂੰ ਲੱਗਦਾ ਸੈਲਰੀ 18,500 ਸੀ, ਰਾਈਟ? ਭਾਈ 20 ਸੀ। ਹਾਂਜੀ ਹਾਂਜੀ, 20 ਸੀ। ਈਵਨ ਲਾਈਕ ਸਮ ਟਾਈਮ ਆਈ ਗੈਟ 18 ਨੂੰ 19 ਡਿਊ ਟੂ ਸਮ ਲੀਵਸ, ਉਹ ਡਿਪੈਂਡ ਕਰਦਾ ਸੀ। ਵੀ ਆਪਾਂ 20 ਮੰਨ ਲੈਂਦੇ ਆ, 20,000 ਦੇ ਹਿਸਾਬ ਨਾਲ ਤੁਹਾਡੀ ਸਾਲ ਦੀ ਸਾਲਾਨਾ ਇਨਕਮ ਜਿਹੜੀ ਅਦਰ ਤੋਂ ਜਾਂ ITR ਤੁਸੀਂ ਜਿਹੜੀਆਂ ਲਾਸਟ ਵਾਲੀਆਂ ਉਹ ਦੱਸ ਦਿਓ, ਕਿੰਨੇ ਲੱਖ ਦੀਆਂ ਭਰੀਆਂ? ਕਿਉਂਕਿ ਕਈ ਦਰਸ਼ਕਾਂ ਨੂੰ ਇੰਡੀਆ ਦੇ ਵਿੱਚ ਡਰਾਇਆ ਜਾਂਦਾ ਵੀ 20-25 ਲੱਖ ਦੀ ਤੁਸੀਂ ਐਫੜੀਆਂ ਉਫੜੀਆਂ ਜਾਣੀ ਕਿ ਬਣਾ ਕੇ ਲਿਆਓ, ਠੀਕ ਹੈ, ਇੰਨੇ ਹੋਣੇ ਚਾਹੀਦੇ। 15 ਲੱਖ ਤਾਂ ਘੱਟ ਤਾਂ ਕੋਈ ਗੱਲ ਹੀ ਨਹੀਂ ਕਰਦਾ। ਨਹੀਂ ਭਾਜੀ, ਐਕਚੁਅਲੀ ਮੇਰੀਆਂ ਜਿਹੜੀਆਂ ITR ਸੀ ਉਹ ਲਾਸਟ ਜੋ, ਕਿਉਂਕਿ ਦੇਖੋ ਜੋ ਇੰਡੀਅਨ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਸਿਸਟਮ ਚੱਲਦਾ ਹੈ ਕਿ ਤੁਹਾਡੀ ਤੁਸੀਂ ਇੰਨੀ ਦੇ ਇੱਥੋਂ ਤੱਕ ਤੁਹਾਨੂੰ ਟੈਕਸ ਨਹੀਂ ਮਿਲ ਪਾਏਗਾ। ਸੋ ਮੇਰੀ ਲਾਸਟ ਉਹੀ ਸੀ, ਕਿਉਂਕਿ ਹੁਣ ਗਵਰਨਮੈਂਟ ਨੇ ਕਰ ਦਿੱਤਾ ਕਿ 6 ਲੱਖ ਤੱਕ ਟੈਕਸ ਨਹੀਂ ਆਉਂਦਾ ਕੋਈ। ਬਟ ਜਦੋਂ ਮੈਂ ਕੀਤਾ ਸੀ ਉਦੋਂ ਮਾਈਟ ਵੀ 5 ਲੱਖ ਤੱਕ ਸੀ। ਸੋ ਮੈਂ CA ਨਾਲ ਗੱਲ ਕਰਕੇ ਮੈਂ 480 ਤੱਕ ਦੀਆਂ ਕਰਵਾਈਆਂ, 4,80,000। ਤੋ ਫੰਡ ਵੀ ਕੋਈ ਇੰਨਾ ਜ਼ਿਆਦਾ ਨਹੀਂ, ਤੁਸੀਂ ਮੈਨੂੰ ਕਿਹਾ ਸੀ, ਕਿਉਂਕਿ ਮੇਰਾ ਫੰਡ ਵੀ ਜਿਹੜਾ ਸੀ 6 to 7 ਦੇ ਇਨ ਬਿਟਵੀਨ ਸੀ। ਨਾ ਤੇ ਮੈਂ ਕੋਈ ਬਹੁਤ ਜ਼ਿਆਦਾ ਕਿ ਹਾਂ ਮੈਂ ਕਹਿ ਦੇਵਾਂ ਐਵੇਂ ਕਿ ਮੈਂ 15 ਲੱਖ ਲਗਾਇਆ, 20 ਲੱਖ ਲਗਾਇਆ, ਨਹੀਂ। ਬਿਕੋਜ਼ ਇਟ ਇਜ਼ ਟੂ ਡਿਫਿਕਲਟ ਫॉर एवरीवन टू हैव फंड्स, ओल्ड फंड्स दैट मच, ਇੰਨੇ ਜ਼ਿਆਦਾ 올ਡ ਫੰਡ ਹੋਣ ਕਿਸੇ ਕੋਲ। ਸੋ ਮੇਰੇ ਜਿਹੜੇ ਜੈਨੂਇਨ ਫੰਡ ਸੀ ਉਹ 6 to 7 ਦੇ ਬਿਟਵੀਨ ਸੀ। ਤੇ ITR ਮੇਰੀਆਂ ਜਿਹੜੀਆਂ ਸੀ ਉਹ ਬਿਲੋ 5 ਲੱਖ ਸੀ, ਬਿਟਵੀਨ 450 and 5 ਲੱਖ। ਠੀਕ ਹੈ ਜੀ, ਠੀਕ ਹੈ। ਜਾਨੀ ਕਿ ਆਪਾਂ ਸਟੇਟਮੈਂਟ ਤੁਹਾਡੇ ਕਿੰਨੇ ਮਹੀਨਿਆਂ ਦੀਆਂ ਲਾਈਆਂ ਸੀ? 6 ਮਹੀਨਿਆਂ ਦੀਆਂ ਲਾਈਆਂ ਸੀ ਜਾਂ 3 ਦੀਆਂ ਲਾਈਆਂ ਸੀ? ਨਹੀਂ ਭਾਜੀ, 3 ਮਹੀਨੇ ਦੀ ਲਗਾਈ ਸੀ ਤੁਸੀਂ ਸਟੇਟਮੈਂਟ। ਓਕੇ ਜੀ, ਓਕੇ। ਉਹਨੂੰ ਵੀ ਬਣਾਉਣ ਵਾਸਤੇ ਕਾਫੀ ਟਾਈਮ ਲੱਗਿਆ, ਹਨਾ? ਹਾਂਜੀ ਭਾਜੀ। ਠੀਕ ਹੈ। ਸੋ ਹਰਪ੍ਰੀਤ, ਕਰੰਟਲੀ ਤੁਹਾਡਾ ਸਟੇਟਸ ਕੀ ਆ ਕੈਨੇਡਾ ਦੇ ਵਿੱਚ? ਤੁਹਾਡੀ ਜੌਬ ਕੀ ਆ? ਤੁਹਾਡਾ ਪੇ ਰੇਟ ਕੀ ਆ? ਠੀਕ ਹੈ, ਤੇ ਇਹ ਸਾਰੀਆਂ ਚੀਜ਼ਾਂ ਵੀ ਦੱਸ ਦਿਓ। ਭਾਜੀ, ਕਰੰਟਲੀ ਮੈਂ ਸਿਕਿਉਰਿਟੀ ਸੁਪਰਵਾਈਜ਼ਰ ਜੌਬ ਕਰ ਰਹੀ ਹਾਂ, ਜਿਹੜੀ ਕਿ Tier 2 ਦੇ ਵਿੱਚ ਆਉਂਦੀ ਹੈ। ਤੇ ਮੇਰਾ ਪੇ ਰੇਟ ਜਿਹੜਾ ਹੈਗਾ, ਬੇਸਿਕਲੀ ਮੈਂ ਫੁੱਲ ਟਾਈਮ ਕਰਦੀ ਹਾਂ 40 hours a week, ਤੇ ਮੇਰਾ ਪੇ ਰੇਟ ਹੈਗਾ $16।
ਹਾਂਜੀ। ਠੀਕ ਹੈ ਜੀ, ਠੀਕ ਹੈ। ਸੋ ਬੈਂਕ ਬੈਲੈਂਸ ਤੁਸੀਂ ਕਿੰਨਾ ਕੁ ਦਿਖਾਇਆ ਸੀਗਾ? ਬੈਂਕ ਬੈਲੈਂਸ ਅਸੀਂ ਭਾਜੀ $5,000 ਦਿਖਾਇਆ ਸੀਗਾ, 4 to 5,000, ਬਟ ਮੇਰਾ $5,000 ਸੀਗਾ ਤੇ ਜਦੋਂ ਆਪਾਂ ਫਾਈਲ ਲਾਣੀ ਸੀਗੀ। ਠੀਕ ਹੈ ਜੀ, ਠੀਕ ਹੈ। ਸੁਰਿੰਦਰ ਜੀ, ਇੱਕ ਹੋਰ ਚੀਜ਼ ਕਹਿਣਾ ਚਾਹੂੰਗੇ ਕਿ ਘਰ ਵਾਲੀ ਤੇ 20-25 ਲੱਖ ਅਸੀਂ ਲਾ ਲੈਣਾ, ਠੀਕ ਹੈ, ਆਪਦੇ ਰਹੀ 2500-3000 ਨਹੀਂ ਲਾਉਣਾ। ਸੋ ਉਹਨਾਂ ਲੋਕਾਂ ਵਾਸਤੇ ਕੀ ਤੁਹਾਡੀ ਐਡਵਾਈਸ ਆ ਦੋਨਾਂ ਕਪਲ ਦੀ? ਠੀਕ ਹੈ, ਪਹਿਲਾਂ ਹਰਪ੍ਰੀਤ ਤੁਸੀਂ ਦੱਸ ਦਿਓ ਜਾਂ ਸੁਰਿੰਦਰ ਬਾਈ ਜੀ ਤੁਸੀਂ ਦੱਸ ਦਿਓ, ਐਕਸਪਲੇਨ ਕਰ ਦਿਓ ਕਿ ਕੀ ਵੈਲਿਊ ਆ ਹੁਣ 6 ਰਿਫਿਊਜ਼ਲਾਂ ਤੋਂ ਬਾਅਦ ਆਪਾਂ ਥੋੜਾ ਕਰਕੇ ਕੀਤਾ, ਠੀਕ ਹੈ, ਤੇ ਹੁਣ ਉਹ 6 ਰਿਫਿਊਜ਼ਲਾਂ ਨਾ ਆਉਂਦੀਆਂ, ਠੀਕ ਹੈ, ਹੁਣ ਤੁਸੀਂ ਕੈਨੇਡਾ ਵਾਲੇ ਹੋਏ ਹੁੰਦੇ, ਚਿੱਲ ਕਰਦੇ ਫਿਰਦੇ ਹੁੰਦੇ, ਉਹ ਸਾਰੀਆਂ ਚੀਜ਼ਾਂ। ਭਾਈ ਐਕਚੁਅਲੀ ਹਾਂਜੀ, ਮੈਂ ਇਹੀ ਕਹਿਣਾ ਚਾਹਾਂਗਾ, ਆਈ ਹੈਵ ਸਮ ਸੁਜੈਸ਼ਨ ਫॉर द ਪੀਪਲ ਕਿ ਲਾਈਕ ਅਗਰ ਆਪਾਂ ਚਲੋ ਵਾਈਫ ਤੇ ਲਗਾਏ ਪੈਸੇ, ਚਲੋ ਇਹ ਨਹੀਂ ਕਿ ਆਪਾਂ ਕਿਉਂ ਲਗਾ ਦਿੱਤੇ, ਬਿਕੋਜ਼ ਇਟ ਇਜ਼ ਅ ਪਾਰਟ ਆਫ ਆਰ ਲਾਈਫ, ਹਨਾ, ਕਿ ਉਹ ਸਾਡੀ ਲਾਈਫ ਦਾ ਪਾਰਟ ਨੇ। ਸੋ ਆਪਾਂ ਉਹਨਾਂ ਤੇ ਲਗਾਏ, ਬਟ ਆਪਾਂ ਜਦੋਂ ਆਪਣੇ ਤੇ ਗੱਲ ਆਉਂਦੀ ਹੈ, ਅਸੀਂ ਨਾ ਇੱਧਰ ਉੱਧਰ ਜ਼ਿਆਦਾ ਫਿਰਦੇ ਹਾਂ ਕਿ ਸਾਡੇ ਪੈਸੇ ਬਚ ਜਾਣ। ਮੇਨਲੀ ਪੈਸੇ ਬਚਾਉਣ ਦੇ ਚੱਕਰ 'ਚ ਹੀ ਮੇਰਾ ਇਹ ਚੀਜ਼ ਹੋਈ ਹੈ ਕਿ ਮੇਰੀਆਂ 6 ਰਿਫਿਊਜ਼ਲਸ ਆਈਆਂ ਨੇ, ਪੈਸੇ ਬਚਾਉਣ ਦੇ ਚੱਕਰ 'ਚ। ਬਿਕੋਜ਼ ਮੋਸਟਲੀ ਸਾਨੂੰ ਪੈਸੇ ਘੱਟ ਦਾ ਲਾਲਚ ਦੇ ਕੇ ਸਾਡੇ ਕੋਲ ਕਈ ਚੀਜ਼ਾਂ ਸਾਨੂੰ ਡਿਸਕਲੋਜ਼ ਹੀ ਨਹੀਂ ਕੀਤੀਆਂ ਜਾਂਦੀਆਂ, ਹਾਈਡ ਕੀਤੀਆਂ ਜਾਂਦੀਆਂ ਨੇ, ਸਾਡੀ ਟਰਾਂਸਪੇਰੈਂਸੀ ਨਹੀਂ ਰਹਿੰਦੀ ਹੈਗੀ। ਸੋ ਮੇਰੀ ਤੇ ਇਹੀ ਸੁਜੈਸ਼ਨ ਰਹੂਗੀ ਕਿ ਜੇ ਅਸੀਂ 20-25 ਲੱਖ ਲਗਾ ਸਕਦੇ ਹਾਂ, ਸੋ ਸਾਨੂੰ ਆਪਣੇ ਤੇ ਵੀ 2-2.5 ਲੱਖ ਰੁਪਇਆ ਖਰਚਣ ਦੀ ਹਿੰਮਤ ਰੱਖਣੀ ਚਾਹੀਦੀ ਆ। ਬਿਕੋਜ਼ ਆਈ ਨੋ ਦੈਟ ਬੜਾ ਪ੍ਰੈਸ਼ਰ ਹੁੰਦਾ ਹੈ ਕਿ ਨਹੀਂ ਯਾਰ ਇੰਨੇ ਪੈਸੇ ਪਹਿਲਾਂ ਲੱਗ ਗਏ, ਸਸਤਾ ਵੇਚ ਲਓ, ਸਸਤਾ ਵੇਚ ਲਓ। ਬਟ ਸਸਤੇ ਦੇ ਚੱਕਰ ਜੇ ਮੈਂ ਹੁਣ ਦੇਖਾਂ ਕਿ ਮੇਰੀ ਵਾਈਫ ਨੂੰ 2 ਸਾਲ ਤੋਂ ਵੱਧ ਹੋ ਗਏ ਆ, ਤਾਂ ਮੈਂ ਵੀ ਅਗਰ ਮੈਂ ਪਹਿਲਾਂ ਹੀ ਸਸਤੇ ਦੇ ਚੱਕਰ 'ਚ ਨਾ ਪੈਂਦਾ, ਮੈਂ ਤੁਹਾਡੇ ਕੋਲ ਆ ਜਾਂਦਾ, ਤਾਂ ਮੈਨੂੰ ਵੀ 1.5 ਸਾਲ ਹੋ ਗਿਆ ਹੋਣਾ ਸੀ ਗਏ ਨੂੰ, ਤਾਂ ਮੈਂ ਹੁਣ ਨੂੰ ਮੈਂ 2-3 ਪੈਸੇ ਕਮਾ ਲੈਣੇ ਸੀ। ਬਟ ਉਹ ਸਸਤੇ ਦੇ ਚੱਕਰ 'ਚ ਦੇਖ ਕੇ ਮੈਂ ਕੋਈ ਆਪਣਾ ਲੱਖ ਰੁਪਇਆ 1.5 ਲੱਖ ਰੁਪਇਆ ਬਚਾਉਂਦੇ ਨੇ ਆਪਣਾ 10-15 ਲੱਖ ਦਾ ਲਾਸ ਕਰਵਾ ਲਿਆ। ਤੇ ਨਾਲੇ ਆਲ ਇਨ ਆਲ ਇਹੀ ਹੈ ਕਿ ਟਾਈਮ ਹਾਂਜੀ ਭਾਜੀ, ਟਾਈਮ ਤੇ ਇਹੀ ਹੈ ਕਿ ਪੇਸ਼ੈਂਸ ਇਜ਼ ਮਸਟ। ਸੋ ਜੋ ਮੈਂ ਵੀ ਚੀਜ਼ ਲਰਨ ਕੀਤੀ ਆ ਤੁਹਾਡੇ ਨਾਲ ਜਦੋਂ ਮੇਰੀ ਇੰਟਰੋਡਕਸ਼ਨ ਹੋਈ ਹੈ, ਈਵਨ ਸਾਡਾ ਜਿਹੜਾ ਟੈਨਿਓਰ ਚੱਲਿਆ ਹੈ ਫਾਈਲਿੰਗ ਦਾ, ਬਹੁਤ ਲੰਬਾ ਵੀ ਨਹੀਂ ਚੱਲਿਆ, ਬਿਕੋਜ਼ ਮਾਈ ਵਾਈਫ ਗਾਟ ਵਰਕ ਪਰਮਿਟ ਇਨ February 24th and now I got visa minimum in 2 months, between 2 months. ਸੋ ਮੇਰਾ ਜਿਹੜਾ ਤੁਹਾਡੇ ਨਾਲ ਰਿਹਾ ਹੈ, ਜਿੰਨਾ ਵੀ ਤੁਹਾਡੇ ਨਾਲ ਟੈਨਿਓਰ ਰਿਹਾ ਹੈ, ਟਾਈਮ ਪੀਰੀਅਡ ਰਿਹਾ, ਉਹਦੇ ਵਿੱਚ ਮੈਂ ਇਹੀ ਚੀਜ਼ ਲਰਨ ਕੀਤੀ ਹੈ ਕਿ if you say that I have to wait and I have to be patient, so everyone should need to be patient because it is a must. ਆਪਾਂ ਬਹੁਤ ਕਾਲੇ ਪੈਨੇ ਆ, I know that situations different ਹੁੰਦੀਆਂ ਨੇ ਇੰਡੀਆ ਦੇ ਵਿੱਚ, ਕੈਨੇਡਾ ਦੇ ਵਿੱਚ, but we have to learn. So sometimes ਸਾਨੂੰ ਲੱਗਦਾ ਕਿ ਨਹੀਂ ਯਾਰ ਆਹ ਚੀਜ਼ਾਂ ਫਲਾਣੇ ਨਾਲ ਨਹੀਂ ਹੋਈ, ਸਾਡੇ ਨਾਲ ਕਿਉਂ ਹੋ ਰਹੀ ਹੈ, but it's a matter of not the concern ਕਿ ਸਾਡੇ ਨਾਲ ਉਸੇ ਟਾਈਮ ਹੋ ਜਾਏ। It's not based on luck, but it's all about the patience. So ਸਾਰਿਆਂ ਨੂੰ must I suggest ਕਰੂੰਗਾ ਤੁਹਾਡੇ ਨਾਲ ਜਿੰਨੇ ਵੀ ਕਲਾਇੰਟ ਜੁੜੇ ਨੇ ਕਿ be in trust with you, because ਅਗਰ ਤੁਸੀਂ ਇੰਨਾ ਰਿਸਕ ਲਗਾ ਰਹੇ ਹੋ, ਹੈਡੇਕ ਲੈ ਕੇ ਲਗਾ ਰਹੇ ਹੋ ਚੀਜ਼ਾਂ, ਜੋ ਚੀਜ਼ਾਂ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਫੋਲੋ ਕਰਨ ਤੇ ਪੇਸ਼ੈਂਸ ਜ਼ਰੂਰ ਰੱਖਣ, ਜੋ ਕਿ ਮੇਰੇ 'ਚ ਹੈ ਨਹੀਂ ਸੀ। ਬਟ ਆਈ ਨੋ ਕਿ ਅੱਜ ਭਾਜੀ ਵੀ ਹੱਸਦੇ ਹੋਣੇ ਕਿ ਇਹ ਕੁੱਦਾ ਉਲਟਾ, ਬਟ ਆਈ ਲਰਨ ਇਟ ਬਿਕੋਜ਼ ਬੰਦਾ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ। ਸੋ ਆਈ ਕੈਨ ਸੇ ਦੈਟ ਪੇਸ਼ੈਂਸ ਹੀ ਇਹ ਜਿਹੀ ਚੀਜ਼ ਹੈ ਜਿਹੜਾ ਬੰਦਾ ਬਹੁਤ ਮੁਸ਼ਕਿਲ ਨਾਲ ਸਿੱਖਦਾ ਹੈ। ਸੋ ਆਈ ਗੈਸ ਕਿ ਸਾਨੂੰ ਹਮੇਸ਼ਾ ਹਰੇਕ ਜਗ੍ਹਾ whether it is a personal or professional life, we have to learn the politeness or patience. ਬਿਲਕੁਲ। ਹਰਪ੍ਰੀਤ, ਤੁਹਾਡਾ ਕੀ ਕਹਿਣਾ ਕਿ ਬਿਨਾ ਮਿਲੇ ਤੋਂ ਸਾਰੀਆਂ ਚੀਜ਼ਾਂ ਕਰਨੀਆਂ, ਆਪਾਂ ਪਰਫਾਰਮ ਕਰਨੀਆਂ, ਇੱਕ ਵੀਜ਼ਾ ਅਪਰੂਵਲ ਲਿਆ ਕੇ ਦੇਣੇ ਆ, ਸਾਡੇ ਬਾਈ ਅਮਨ RCIC ਆ ਜਾਂ ਸਾਡਾ ਪੂਰਾ, ਜਾਣੀ ਕਿ ਹੁਣ ਕਈ ਵਾਰ ਸਾਨੂੰ ਕਹਿ ਦਿੰਦੇ ਕਿ ਭਾਜੀ ਇਹ ਤੁਹਾਡੀ ਪ੍ਰੋਬਲਮ ਹੈ ਕਿ ਤੁਸੀਂ ਸਟਾਫ ਰੱਖ ਲਓ। ਜਦੋਂ ਅਸੀਂ ਸਟਾਫ ਦੇ ਵਿੱਚ ਜਾਂਦੇ ਆ ਨਾ ਤਾਂ ਉਹ ਟਰਾਂਸਪੇਰੈਂਸੀ ਖਤਮ ਹੋ ਜਾਂਦੀ ਹੈ। ਬਿਲਕੁਲ। ਠੀਕ ਹੈ, ਸੋ ਇਹ ਚੀਜ਼ ਆ। ਹਰਪ੍ਰੀਤ, ਤੁਹਾਡਾ ਕੀ ਕਹਿਣਾ ਸਾਰੇ ਪ੍ਰੋਸੈਸ ਨੂੰ ਲੈ ਕੇ ਤੇ ਇਹ ਸਾਰੀਆਂ ਆਫਟਰ ਵੀਜ਼ਾ ਫੀਸ ਨੂੰ ਲੈ ਕੇ, ਜਾਂ ਸਾਰੀਆਂ ਚੀਜ਼ਾਂ ਤੁਸੀਂ ਪਹਿਲਾਂ ਦਿੱਤੇ ਆ, ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਅਕੋਰਡਿੰਗ? ਨਹੀਂ, ਮੈਂ ਨੋ ਡਾਊਟ ਔਖਾ ਹੁੰਦਾ ਆ ਕਿ ਟਰਸਟ ਕਰਨਾ, ਹਨਾ, ਤੁਸੀਂ ਕਿਸੇ ਨੂੰ ਮਿਲੇ ਨਹੀਂ ਹੈਗੇ, ਬਟ ਕਿ ਤੁਸੀਂ ਸਾਰਾ ਕੁਝ ਕਰ ਰਹੇ ਹੋ, ਹਨਾ, ਅਗਲੇ ਨੂੰ ਐਡਵਾਂਸ ਦੇ ਰਹੇ ਹੋ, ਬਟ ਤੁਹਾਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਅਗਲੇ ਬੰਦੇ ਦਾ ਤੁਸੀਂ ਸਕਸੈਸ ਰੇਟ ਦੇਖਣਾ ਚਾਹੀਦਾ, ਹਨਾ। ਅਗਰ ਅਗਲੇ ਬੰਦੇ ਦੀਆਂ ਬੈਕ ਟੂ ਬੈਕ ਵੀਜ਼ਾਜ਼ ਆ ਰਹੇ ਹੈ, ਠੀਕ ਹੈ, ਔਰ ਉਹ ਸਾਰਾ ਕੁਝ ਲੀਗਲੀ ਬੰਦਾ ਕਰ ਰਿਹਾ ਹੈ, ਤੁਹਾਡੇ ਕੋਲ ਪੇਪਰ ਵਰਕ ਦੇ ਨਾਲ ਸਾਰਾ ਕੁਝ ਕਰ ਰਿਹਾ ਹੈ, ਇਟ ਮੀਨਸ ਕਿ ਸਾਰਾ ਕੁਝ ਟਰਾਂਸਪੇਰੈਂਟ ਹੈ, ਠੀਕ ਹੈ। ਨੋ ਡਾਊਟ ਟਾਈਮ ਲੱਗਦਾ ਚੀਜ਼ਾਂ ਨੂੰ, ਤੁਸੀਂ ਟਾਈਮ ਲਿੱਤਾ, ਨੋ ਡਾਊਟ ਲਿੱਤਾ, ਬਟ ਇੰਨਾ ਵੀ ਨਹੀਂ ਲਿੱਤਾ, ਬਟ ਯੈਸ ਵੀਜ਼ਾ ਆਇਆ, ਹਨਾ, ਕਿਉਂਕਿ 6 ਰਿਫਿਊਜ਼ਲਾਂ ਤੋਂ ਬਾਅਦ ਸਟੱਡੀ ਪਲੱਸ ਦੂਸਰਾ ਲਾਈਕ ਜਿੱਦਾਂ ਹਨਾ ਇਹਨਾਂ ਦੀਆਂ ਸਟੱਡੀ ਦੀਆਂ ਆਈਆਂ, ਪਲੱਸ ਇਹਨਾਂ ਦੀ ਬਾਅਦ ਚ ਵਰਕ ਪਰਮਿਟ ਦੀ ਰਿਫਿਊਜ਼ਲ ਆਈ, ਉਹ ਤੋਂ ਬਾਅਦ ਵਰਕ ਪਰਮਿਟ ਤੇ ਆਣਾ ਇਟਸ ਨਾਟ ਈਜ਼ੀ ਟਾਸਕ, ਹਨਾ, ਹਰ ਕਿਸੇ ਦੇ ਬਸ ਦੀ ਨਹੀਂ ਹੁੰਦੀ ਚੀਜ਼ ਕਿ ਵੀਜ਼ੇ ਲਿਆ ਕੇ ਦੇਣੇ ਏਦਾਂ। ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਜ਼ਰੂਰ ਭਾਜੀ ਕੋ ਅਗਰ ਤੁਸੀਂ ਫਾਈਲ ਲਵਾ ਰਹੇ ਹੋ ਜ਼ਰੂਰ ਲਗਵਾਓ,
ਤੇ ਪੇਸ਼ੈਂਸ ਰੱਖੋ ਤੇ ਅਨਡਾਊਟਡਲੀ ਟਰੂ ਕੰਮ ਕਰੋਗੇ, ਟਰਾਂਸਪੇਰੈਂਟ ਕਰੋਗੇ। ਉਦਾਂ ਵੀ ਬਹੁਤ ਜੈਨੂਇਨ ਬੰਦੇ ਆ, ਇਦਾਂ ਨਹੀਂ ਆ ਕਿ ਤੁਹਾਨੂੰ ਐਜ਼ ਏਜੰਟ ਡੀਲ ਕਰਦੇ ਆ। ਇਟਸ ਲਾਈਕ ਅ ਫੈਮਿਲੀ ਹੈ ਨਾ। ਸੋ ਇਹੀ ਚੀਜ਼ਾਂ ਹੁੰਦੀਆਂ ਨੇ। ਸੋ ਸਾਡੇ ਲਈ ਇਹ ਵੀ ਜੋ ਬੰਦਾ ਯਕੀਨ ਕਰ ਰਿਹਾ, ਕਿਉਂਕਿ ਇੱਕ ਅੰਨਾ ਅੰਨਾ ਹੋ ਕੇ ਯਕੀਨ ਕਰਦਾ ਤੁਹਾਡੇ ਤੇ, ਠੀਕ ਹੈ। ਸੋ ਉਸ ਚੀਜ਼ ਨੂੰ ਮੇਨਟੇਨ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਆ। ਸੋ ਇਹੀ ਸਾਡਾ ਵਿਜ਼ਨ ਆ, ਸਾਡੇ ਇਮੀਗ੍ਰੇਸ਼ਨ ਫਰਮ ਦਾ, ਬਾਈ ਅਮਨ ਦਾ, ਜੋ ਸਾਡੇ RCIC ਨੇ। ਸੋ ਸਾਰੀਆਂ ਚੀਜ਼ਾਂ ਨੇ, ਠੀਕ ਹੈ। ਤੇ ਬਾਕੀ ਹੁਣ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ, ਠੀਕ ਆ, ਉਹ ਦੱਸ ਦਿਓ। ਤੇ ਓਵਰਆਲ ਕਿਦਾਂ ਦਾ ਐਕਸਪੀਰੀਅੰਸ ਰਿਹਾ ਭਾਈ? ਐਜ਼ ਮਾਈ ਵਾਈਫ ਟੋਲਡ ਕਿ ਫੈਮਿਲੀ ਵਾਲਾ, ਸੋ ਫੈਮਿਲੀ ਵਾਲੇ ਚ ਚਲੋ ਕਈ ਵਾਰੀ ਸਾਡੀਆਂ ਨੋਕ ਝੋਕ ਵੀ ਹੋਈ, ਸੋ ਐਜ਼ ਏ ਫੈਮਿਲੀ। ਬਟ ਮੈਨੂੰ ਸੱਚੀ ਨਹੀਂ ਪਤਾ ਕਿ ਮੈਂ ਤੁਹਾਡੇ ਕੋਲ ਆਣ ਕੇ ਕੈਨੇਡਾ ਵੀ ਸਿੱਖਣਾ ਚਾਹੂੰਗਾ ਕਿ ਤੁਸੀਂ ਇੰਨੀ ਜ਼ਿਆਦਾ ਪੋਲਾਈਟ ਕਿੱਦਾਂ ਹੋ। ਕਿਉਂਕਿ ਮੈਂ ਤੇ ਇਹੀ ਕਹੂੰਗਾ ਕਿ ਨਹੀਂ, ਇੰਨਾ ਬੰਦਾ, ਮੈਂ ਐਜ਼ ਏ ਟੀਚਰ ਮੈਂ ਨਹੀਂ ਪੋਲਾਈਟ ਹੈਗਾ ਬਿਲਕੁਲ ਵੀ, ਹੈ ਨਾ। ਸਮ ਟਾਈਮ ਐਨੀਬਡੀ ਆਸਕ ਮੀ ਮੋਰ ਦੈਨ 2 or 3 times, ਮੈਂ ਨਾ ਕਿਸੇ ਵੇਲੇ ਐਗਰੈਸ਼ਨ ਦੇ ਵਿੱਚ ਬੋਲ ਪੈਣਾ ਕਿ ਨਹੀਂ ਯਾਰ ਤੁਹਾਨੂੰ ਸਮਝ ਨਹੀਂ ਲੱਗਦੀ ਇਹ ਉਹ। ਤੇ ਬਟ ਆਈ ਵਾਂਟ ਟੂ ਲਰਨ ਦਿਸ ਥਿੰਗ ਕਿ ਵਾਕਿਆ ਤੁਸੀਂ ਬਹੁਤ polite ਹੋ। ਐਂਡ ਮਾਈ ਸਜੈਸ਼ਨ ਟੂ ਆਲ ਪੀਪਲ ਇਜ਼ ਦੈਟ ਕਿ ਇਫ ਯੂ ਵਾਂਟ ਟੂ ਗੋ ਕੈਨੇਡਾ ਇਨ ਅ ਸ਼ਾਰਟ period of time and without any tension, so they will definitely consult with you, because ਅਗਰ ਤੇ ਮੇਰੇ ਵਾਂਗੂ ਪਹਿਲਾਂ 6 ਰਿਫਿਊਜ਼ਲਾਂ ਲੈਣੀਆਂ ਨੇ, ਫਿਰ ਤੇ ਮੈਂ ਸੁਜੈਸਟ ਉਹਨਾਂ ਨੂੰ ਕਰ ਦਾਂਗਾ ਕਿ ਕੋਈ ਨਹੀਂ, ਕਾਫੀ ਏਜੰਟ ਹੈਗੇ ਨੇ, ਇੱਧਰ ਉੱਧਰ ਜਾਓ। ਬਟ ਅਗਰ ਡਾਇਰੈਕਟ ਜਾਣਾ ਹੈ, ਸੋ ਦੈਟ ਤੁਹਾਡੇ ਤੁਸੀਂ ਫਾਈਨੈਂਸ਼ੀਅਲ ਗਰੋਥ ਦੇਖੋ, ਆਪਣੀ ਕਰੰਟ ਗਰੋਥ ਨਾ ਦੇਖੋ ਕਿ ਤੁਸੀਂ ਕਰੰਟਲੀ ਕੀ ਦੇ ਰਹੇ ਹੋ। ਕਿ ਤੁਹਾਡੇ ਕੋਲੋਂ ਇੰਡੀਅਨ ਏਜੰਟ 50,000 ਲੈ ਰਿਹਾ, ਕੋਈ ਲੱਖ ਲੈ ਰਿਹਾ ਹੈ, ਆਫਟਰ ਵੀਜ਼ਾ ਦੇ ਲਾਰੇ ਲਾ ਰਹੇ ਨੇ ਕਿ ਆਪਾਂ ਤੁਹਾਡੇ ਕੋਲ ਆਫਟਰ ਵੀਜ਼ਾ ਲੈ ਰਹੇ ਹਾਂ। ਮੇਰੇ ਨਾਲ ਵੀ ਸੇਮ ਚੀਜ਼ ਹੋਈ, ਕਿਉਂਕਿ ਮੈਨੂੰ ਐਜ਼ ਆਈ ਮੈਂਸ਼ਨ ਕਿ ਮੈਂ ਇਸ ਲਾਈਨ ਦੇ ਵਿੱਚ 5-6 ਸਾਲ ਤੋਂ, ਆਈ ਨੋ ਦੈਟ ਕਿ ਚਲੋ ਜਦੋਂ ਬੰਦੇ ਦੀ ਬਾਇਓਮੈਟ੍ਰਿਕ ਹੁੰਦੀ ਹੈ ਜਾਂ ਤੁਹਾਡੀ ਅੰਬੈਸੀ ਫੀਸ ਜਾਂਦੀ ਹੈ, ਸੋ ਇਟ ਕਾਸਟ ਨਾਟ ਮੋਰ ਦੈਨ 15 to 20,000। ਸੋ ਏਜੰਟ ਇੰਡੀਆ ਦੇ ਵਿੱਚ ਕੀ ਕਰਦੇ ਨੇ ਕਿ ਪਹਿਲਾਂ ਹੀ ਤੁਹਾਡੇ ਕੋਲ 30-40,000 ਲੈ ਲੈਂਦੇ ਨੇ ਕਿ ਨਹੀਂ ਜੀ ਇਹ ਤੁਹਾਡੀ ਅੰਬੈਸੀ ਫੀਸ ਹੀ ਹੈ, ਕਿਉਂਕਿ ਉਹਨਾਂ ਦਾ ਕੰਮ ਉੱਥੇ ਮੁੱਕ ਗਿਆ, ਉਹਨਾਂ ਨੇ 20,000 ਰੁਪਇਆ ਤੁਹਾਡੇ ਕੋਲੋਂ ਕਮਾ ਲਿਆ ਪਹਿਲਾਂ ਹੀ। ਆਫਟਰ ਦੈਟ ਦੇ ਡੋਂਟ ਗੈਟ ਬੋਦਰ ਅਬਾਊਟ ਯੂਰ ਫਾਈਲ ਕਿ ਤੁਹਾਡੀ ਲੱਗੇ ਨਾ ਲੱਗੇ, ਉਹਨਾਂ ਨੂੰ ਬੈਨੀਫਿਟ ਹੋ ਗਿਆ। ਉਸ ਚੱਕਰ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਨਹੀਂ ਸਾਡਾ ਸਿਰਫ 20 ਜਾਂ 40 ਗਿਆ ਹੈ, ਬਾਅਦ ਵਿੱਚ ਆਪਾਂ ਮੰਨ ਲੈ ਕੇ ਦੇਣਾ ਉਹ ਤੇ ਆਫਟਰ ਵੀਜ਼ਾ ਹੀ ਦੇਣਾ, ਇਟਸ ਓਕੇ, ਕੋਈ ਗੱਲ ਨਹੀਂ। ਬਟ ਉਹੀ ਚੀਜ਼ ਜੋ ਮੈਂ ਪਹਿਲਾਂ ਮੈਂਸ਼ਨ ਕੀਤੀ ਸੀ, ਮੈਂ ਇਸ ਚੱਕਰ ਦੇ ਵਿੱਚ ਸਿਰਫ ਆਪਣਾ 1 ਲੱਖ ਰੁਪਇਆ ਬਚਾਉਣ ਦੇ ਜਾਂ 50,000 ਰੁਪਇਆ ਬਚਾਉਣ ਦੇ ਚੱਕਰ ਦੇ ਵਿੱਚ ਮੈਂ ਆਪਣਾ ਜਿਹੜਾ ਫਾਈਨੈਂਸ਼ੀਅਲ ਲਾਸ ਹੈ ਉਹ ਫਰੋਮ 10 to 15 ਲੱਖ ਦਾ ਕਰਵਾਇਆ। ਈਵਨ ਚਲੋ ਫਾਈਨੈਂਸ਼ੀਅਲ ਲਾਸ ਵੀ ਛੱਡੋ, ਮੈਂ ਆਪਣੀ ਵਾਈਫ ਤੋਂ 2 ਸਾਲ ਦੂਰ ਰਿਹਾ, ਬਿਕੋਜ਼ ਆਈ ਡੋਂਟ ਥਿੰਕ ਕਿ ਚਲੋ ਸਾਡੀ ਜਿੱਦਾਂ ਵੀ ਲਵ ਮੈਰਿਜ ਸੀ, ਬਟ ਮੈਂ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਦੂਰ ਰਵਾਂਗੇ। ਸਮ ਟਾਈਮ ਮੈਂ ਇਹਦੇ ਨਾਲ ਵੀ ਲੜਦਾ ਸੀ ਕਿ ਨਹੀਂ ਯਾਰ ਤੂੰ, ਕਈ ਵਾਰੀ ਇਸ਼ੂ ਆ ਜਾਂਦੇ ਆ ਕਿ ਸਮ ਟਾਈਮ ਹੁੰਦਾ ਕਿ ਯਾਰ ਅਗਲਾ ਬੰਦਾ ਹੀ ਨਹੀਂ ਐਫਰਟ ਲਗਾ ਰਿਹਾ। ਸੋ ਇਸ ਕਰਕੇ ਮੈਂ ਇਹਦੇ ਤੋਂ ਵੀ, ਇਹਦੇ ਨਾਲ ਮੈਂ ਕਾਫੀ ਟਾਈਮ ਲੜਿਆ। ਆਈ ਨੋ ਇਹ ਹੁਣ ਸੋਚਦੀ ਹੋਵੇ ਕਿ ਤੂੰ ਕਰੀ ਜਾ, ਕੋਈ ਗੱਲ ਨਹੀਂ, ਤੂੰ ਮੇਰੇ ਨਾਲ ਕਾਫੀ ਟਾਈਮ ਲੜਿਆ ਮੈਂ ਤੈਨੂੰ। ਬਟ ਇੱਕ ਚੀਜ਼ ਹੁੰਦੀ ਹੈ ਐਕਸੈਪਟ ਕਰਨ ਦੀ ਕਿ ਸਾਡੀ ਗਲਤੀ ਹੈ, ਮੈਂ ਉਹਨੂੰ ਐਕਸੈਪਟ ਕੀਤਾ ਕਿ ਮੈਂ ਭਾਜੀ ਨਾਲ ਵੀ ਚਲੋ ਥੋੜਾ ਜਿਹਾ ਮੇਰੀ ਹੋਈ ਸੀ ਨੋਕ ਝੋਕ ਮੇਰੀ ਤਾਂ, ਪਰ ਮੈਂ ਉਸ ਚੀਜ਼ ਲਈ ਬਹੁਤ ਗਿਲਟੀ ਫੀਲ ਕਰਦਾ ਪਿਆ, ਸ਼ਰਮਿੰਦਾ ਫੀਲ ਕਰਦਾ ਕਿ ਨਹੀਂ ਯਾਰ, ਇੱਕ ਟਰਸਟ ਦੇ ਉੱਤੇ ਚੀਜ਼ ਹੈਗੀ ਹੈ ਐਜ਼ ਬੀਇੰਗ ਅ ਪ੍ਰੋਫੈਸ਼ਨਲ ਟੀਚਰ। ਅਗਰ ਮੈਂ ਆਪਣੇ ਬੱਚਿਆਂ ਨੂੰ ਇਹ ਚੀਜ਼, ਮੈਂ ਈਵਨ ਇਨ ਪਰਸਨਲ ਇਦਾਂ ਦਾ ਨਹੀਂ ਹੈਗਾ, ਮੈਂ ਸਗੋਂ ਦੂਸਰਿਆਂ ਨੂੰ ਸਿਖਾਉਣਾ, ਬਟ ਜਦੋਂ ਮੇਰੇ ਤੇ ਗੱਲ ਆਉਂਦੀ ਹੈ ਉਹ ਮੈਂ ਚੀਜ਼ ਕਰ ਹੀ ਨਹੀਂ ਪਾਉਂਦਾ ਹੈਗਾ ਕਿ ਮੈਂ ਵੀ ਪੋਲਾਈਟ ਹੋਣਾ। ਈਵਨ ਮੈਂ ਸਟੂਡੈਂਟਸ ਮੋਰ ਦੈਨ 5 to 600 ਸਟੂਡੈਂਟਸ ਮੇਰੇ ਕੈਨੇਡਾ ਦੇ ਵਿੱਚ ਨੇ, 5-6 ਸਾਲ ਤੋਂ ਮੈਂ ਪੜ੍ਹਾਏ ਨੇ, ਉਹ ਵੀ ਮੈਨੂੰ ਕਹਿੰਦੇ ਸਰ ਤੁਸੀਂ ਕਦੋਂ ਆਉਣਾ ਹੈ, ਤੁਸੀਂ ਕਦੋਂ ਆਉਣਾ ਹੈ। ਬਟ ਉਹ ਚੀਜ਼, ਇਹੀ ਮੇਰਾ ਸੁਜੈਸ਼ਨ ਹੈ ਕਿ ਟੂ ਐਵਰੀਵਨ ਕਿ ਪਲੀਜ਼ ਟਰਸਟ ਐਂਡ ਹੈਵ ਸਮ ਪੇਸ਼ੈਂਸ। ਇਹੀ 2 ਚੀਜ਼ਾਂ ਕਹਾਂਗਾ ਮੈਂ ਤੇ ਪੈਸੇ ਦੀ ਪਰਵਾਹ ਨਾ ਕਰੋ, ਬੜੇ ਕਮਾ ਲੈਣੇ ਆ ਤੁਸੀਂ ਜਾ ਕੇ ਬਾਹਰ, ਕੋਈ ਗੱਲ ਨਹੀਂ, ਸਗੋਂ ਵੱਧ ਹੀ ਦਓ। ਨਹੀਂ ਵੱਧ ਨਹੀਂ ਭਰਾਵਾ, ਜੋ ਸਾਡੀ ਫੀਸ ਅਸੀਂ ਉਹਦੇ ਚ ਖੁਸ਼ ਆ। ਸੋ ਹਰਪ੍ਰੀਤ ਤੁਹਾਡਾ ਕੀ ਕਹਿਣਾ, ਫਿਰ ਆਪਾਂ ਫਿਰ ਸਮਾਪਤੀ ਵੱਲ ਚੱਲਦੇ ਹਾਂ। ਸੋ ਤੁਸੀਂ ਟਾਈਮ ਕੱਢਿਆ, ਸੋ ਹਰਪ੍ਰੀਤ ਤੁਹਾਡਾ ਕੀ ਕਹਿਣਾ ਇਸ ਚੀਜ਼ ਨੂੰ, ਸਾਰੀਆਂ ਚੀਜ਼ਾਂ ਨੂੰ ਲੈ ਕੇ? ਮੇਰਾ ਤਾਂ ਭਾਜੀ ਮੈਂ ਇਹੀ ਸਾਰਿਆਂ ਨੂੰ ਸੁਜੈਸ਼ਨ ਦਊਂਗੀ ਕਿ ਹਨਾ ਜ਼ਰੂਰ ਤੁਹਾਡੇ ਕੋਲ ਜਾਣ, ਕਿਉਂਕਿ ਆਪਣਾ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਅਗਰ ਤੁਸੀਂ ਕੰਮ ਚਾਹੁੰਦੇ ਆ ਕਿ ਤੁਹਾਡਾ ਜਲਦੀ ਹੋਵੇ, ਮੋਰ ਓਵਰ ਕਿ ਤੁਹਾਨੂੰ ਕੁਆਲਿਟੀ ਮਿਲੇ, ਹਨਾ, ਕਿ ਇਹ ਨਾ ਹੋਵੇ ਕਿ ਜਲਦੀ ਚ ਸਾਰੇ ਕੰਮ ਹੋ ਜਾਣ ਤੇ ਗਲਤ ਕੰਮ ਕਰਾ ਕੇ ਬਹਿ ਜਾਓ। ਜੇ ਤੁਸੀਂ ਚਾਹੁੰਦੇ ਆ ਪੇਸ਼ੈਂਸ ਨਾਲ ਤੁਹਾਡਾ ਵਧੀਆ ਕੰਮ ਬਣੇ, ਛੇਤੀ ਬਣੇ, ਤੇ ਜਰੂਰ ਜਾ ਕੇ ਇਹਨਾਂ ਨੂੰ ਭਾਜੀ ਉਹਨਾਂ ਨੂੰ ਮਿਲੋ ਤੁਸੀਂ, ਹਨਾ, ਫੋਨ ਤੇ ਗੱਲ ਕਰੋ, ਕਿਉਂਕਿ ਮੇਰਾ ਕੰਮ ਤਾਂ ਸਾਰਾ ਫੋਨ ਤੇ ਹੀ ਹੋਇਆ। ਅੱਜ ਆਪਾਂ ਫਸਟ ਟਾਈਮ ਵੀਡੀਓ ਕਾਲ ਕਰ ਰਹੇ ਹਾਂ ਹਨਾ, ਤੇ ਆਲਵੇਜ਼ ਆਪਾਂ ਫੋਨ ਤੇ ਹੀ ਗੱਲ ਕੀਤੀ ਹੈ। ਸੋ ਟਰਸਟ ਕਰੋ, ਇਦਾਂ ਦਾ ਕੋਈ ਚੱਕਰ ਨਹੀਂ ਹੈਗਾ। ਤੇ ਫੀਸ ਵੀ ਭਾਜੀ ਦੀ ਠੀਕ ਹੈ, ਫੀਸ ਵੱਲ ਨਾ ਜਾਓ ਕਿ ਹਾਂ ਬਾਹਰ ਪੈਸੇ ਬਚਾਉਣ ਦੇ ਚੱਕਰਾਂ 'ਚ। ਜਰੂਰ ਇਹਨਾਂ ਨੂੰ ਵਿਜ਼ਿਟ ਕਰੋ, ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ।